ਅੱਜ ਤੋਂ 38 ਸਾਲ ਪਹਿਲਾਂ ਨਵੰਬਰ 1984 ਦੇ ਵਿੱਚ ਭਾਰਤ ਦੀ ਰਾਜਧਾਨੀ ਦਿੱਲੀ, ਕਾਨਪੁਰ ਤੇ ਕੁਝ ਹੋਰ ਇਸ ਦੇਸ਼ ਦੇ ਹਿੱਸਿਆਂ ਦੇ ਵਿੱਚ ਸਿੱਖਾਂ ਦਾ ਕਤਲੇਆਮ ਕੀਤਾ ਗਿਆ। 38 ਸਾਲ ਬੀਤਣ ਤੋਂ ਬਾਅਦ ਵੀ ਕਾਨੂੰਨ ਦੇ ਸੋ ਕਾਲਡ ਲੰਬੇ ਹੱਥ ਜਿਹੜੇ ਆ ਉਹ 84 ਕਤਲੇਆਮ ਦੇ ਜਿਹੜੇ ਦੋਸ਼ੀ ਸੀ, ਜਿਹੜੇ ਸਾਜ਼ਿਸ਼ਘਾੜੇ ਸੀ, ਉਹਨਾਂ ਤੱਕ ਨਹੀਂ ਪਹੁੰਚ ਸਕੇ। ਜਦੋਂ ਤੱਕ ਕੋਈ ਕੌਮ ਗੁਲਾਮ ਹੈ ਉਦੋਂ ਤੱਕ ਉਹਦੀ ਨਸਲਕੁਸ਼ੀ ਨਹੀਂ ਰੁਕੇਗੀ। ਇਹ ਜਿਹੜੀ ਸਾਜ਼ਿਸ਼ ਹੈ ਨਾ ਜੋ ਸਿੱਖਾਂ ਦੀ ਨਸਲਕੁਸ਼ੀ ਕਰਨ ਦੀ, ਇਹ ਉਦੋਂ ਤੱਕ ਮੇਰੇ ਸਾਹਮਣੇ ਬੰਦ ਨਹੀਂ ਹੁੰਦਾ। ਸਾਨੂੰ ਕੋਈ ਇਨਸਾਫ ਨਹੀਂ ਮਿਲ ਸਕਦਾ ਜਦੋਂ ਤੱਕ ਸਾਡਾ ਘਰ ਨਹੀਂ ਬਣ ਜਾਂਦਾ। ਬੰਦਾ ਤੁਹਾਡਾ ਪਰਿਵਾਰ ਮਾਰ ਕੇ ਮੈਂ ਕਹਾਂ ਸੌਰੀ ਗਲਤੀ ਹੋ ਗਈ, ਇਹ ਕਿੱਦਾਂ ਪੋਸੀਬਲ? ਇੱਕ ਮੁੰਡਾ ਸੀ ਨੌਜਵਾਨ, ਉਹ ਕਹਿੰਦਾ ਵੀ ਮੇਰੇ ਸਾਹਮਣੇ ਮੇਰੇ ਬਾਪੂ ਤੰਦੂਰ 'ਚ ਪਤਾ, ਉਦੋਂ ਦੀ ਉਮਰ 7 ਸਾਲ ਹੋਣੀ। ਜਿਵੇਂ ਕਿ ਇਹ ਦੇਖੋ, ਇਹ ਸਬੂਤ ਕਾਫੀ ਆ ਚੁੱਕੇ ਨੇ ਨਾ ਵੀ ਹਰਮੰਦਰ ਸਾਹਿਬ ਤੇ ਅਟੈਕ ਕਰਦੇ ਜਿਹੜੀ ਵਿਉਂਤਬੰਦੀ ਸੀ ਨਾ, ਇਹ 1982 ਨੂੰ ਸ਼ੁਰੂ ਹੋ ਗਈ। ਦਲਜੀਤ ਦੋਸਾਂਝ ਨੇ ਜੋ ਇੱਕ ਟੀਵੀ ਸੀਰੀਜ਼ ਵੀ ਬਣਾਈ ਹੈ ਨੈਟਫਲਿਕਸ ਤੇ, ਉਸ 'ਚ ਵੀ ਕਿਵੇਂ ਦਿਖਾਇਆ ਗਿਆ, ਉਹ ਚਿੱਠੀ 'ਚ ਵੀ ਮੈਂਸ਼ਨ ਹੈ ਵੀ ਇੱਕ ਸਾਜ਼ਿਸ਼ ਦੇ ਤਹਿਤ ਜਿਹੜਾ ਪਾਊਡਰ ਸੀ, ਜਦੋਂ ਕਿਸੇ ਸਿੱਖ ਤੇ ਪਾਊਡਰ ਨੂੰ ਪਾਉਂਦੇ ਸੀ ਤਾਂ ਜੋ ਤੁਰੰਤ ਉਹਨੂੰ ਫਟਾਫਟ ਅੱਗ ਲੱਗ ਜਾਂਦੀ ਸੀ। ਬੰਦੇ ਹੋਮ ਵਜ਼ੀਰ ਹੈ, ਹੋਮ ਮਿਨਿਸਟਰ ਦਾ ਬਿਆਨ ਆ ਵੀ ਗਿਆ, ਕੌਮੀ ਘਰ ਖਾਲਿਸਤਾਨ ਅੱਜ ਕੱਲ੍ਹ ਦੀ ਸਟੇਟਮੈਂਟ ਹੈ। ਜਦੋਂ ਉਹਨਾਂ ਨੂੰ ਲੱਗਿਆ ਵੀ ਇਹ ਗੱਲ ਹੁਣ ਨਹੀਂ ਕੰਟਰੋਲ ਹੁੰਦੀ, ਤਾਂ ਤੁਸੀਂ ਦੇਖ ਲਓ ਸਿੱਖਾਂ ਨੂੰ ਉਦੋਂ ਵੀ 1984 ਤੋਂ ਲੈ ਕੇ ਜੋ 1995 ਤੱਕ ਹੋਇਆ, ਉਦੋਂ ਭੈੜੇ ਤਰੀਕੇ ਨਾਲ ਸਿੱਖਾਂ ਦੀ ਦਸ਼ਾ ਕੀਤੀ ਜਾਵੇਗੀ ਇੰਡੀਆ ਦੇ ਵਿੱਚ। ਛੋਟੀ ਜਿਹੀ ਚੋਰੀ ਹੋ ਜਾਵੇ, ਥਾਣੇ ਵਾਲੇ ਕਹਿੰਦੇ ਸਾਡੇ ਕੋਲ ਆਓ ਜੀ। ਕਤਲ ਹੋਏ ਨੇ, ਬਲਾਤਕਾਰ ਹੋਏ ਨੇ, ਟਾਇਰ ਗਲਾਂ ਦੇ ਵਿੱਚ ਪਾ ਕੇ ਜਿਹੜੇ ਸਿੱਖ ਸਾੜੇ ਗਏ ਨੇ, ਗੁਰਦੁਆਰਾ ਸਾਹਿਬ ਦੇ ਵਿੱਚ ਅੱਗਾਂ ਲਾਈਆਂ, ਗ੍ਰੰਥ ਸਾਹਿਬ ਸਾੜੇ ਗਏ ਨੇ। ਇਹ ਪੂਰੇ ਦੇ ਪੂਰੇ ਦੀ ਜਿਹੜੀ ਹੈਗੀ 38 ਸਾਲਾਂ ਬਾਅਦ ਇੱਕ ਵੀ ਬੰਦੇ ਨੂੰ ਸਜ਼ਾ ਨਹੀਂ ਦਿੱਤੀ। ਇੰਡੀਅਨ ਸਟੇਟ ਹੈ ਉਹ ਕੀ ਹੈ, ਜਿਹੜੇ ਕੁਛ ਮੈਂ ਕਹੂੰਗਾ ਆਪਣੇ ਭੋਲੇ ਭਾਲੇ ਸਿੱਖ ਨੇ ਉਹਨਾਂ ਨੂੰ ਵਰਗਲਾਉਂਦੀ ਹੈ ਇਹ ਆ ਕੇ ਵੀ ਤੁਹਾਡਾ ਬੰਦਾ ਮੁੱਖ ਮੰਤਰੀ ਬਣ ਗਿਆ, ਤੁਹਾਡਾ ਬੰਦਾ ਰਾਸ਼ਟਰਪਤੀ ਬਣ ਗਿਆ, ਤੁਹਾਡਾ ਬੰਦਾ ਪ੍ਰਧਾਨ ਮੰਤਰੀ ਬਣ ਗਿਆ, ਤੁਹਾਨੂੰ ਇਹਦੇ ਉੱਪਰ ਚਾਹੀਦਾ ਕੀ? ਉਹ ਸਿੱਖ ਮੁੱਖ ਮੰਤਰੀ ਸੀ ਪੰਜਾਬ ਦੇ, ਸਿੱਖ ਨੌਜਵਾਨਾਂ ਦੇ ਫੇਕ ਐਨਕਾਊਂਟਰ ਬਣੇ। ਸਿੱਖ ਮੁੱਖ ਮੰਤਰੀ ਸੀ ਜਦੋਂ ਫੌਜ ਹਰਮੰਦਰ ਸਾਹਿਬ ਤੇ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ। ਇਹ ਇਹਨਾਂ ਦੀ ਪਾਲਿਸੀ ਹੁੰਦੀ ਹੈ, ਡੀਜੀਪੀ ਸਿੱਖ ਲਾਓ, ਉਸ ਡੀਜੀਪੀ ਗਿੱਲ ਤੋਂ, ਪੀਪੀਐਸ ਗਿੱਲ ਤੋਂ ਸਿੱਖ ਨੌਜਵਾਨ ਮਰਵਾਓ, ਤਾਂ ਕਿ ਜੋ ਸਿੱਖ ਕਦੇ ਇੰਡੀਅਨ ਸਟੇਟ ਦੇ ਤੱਕ ਪਹੁੰਚੇ ਹੀ ਨਾ। ਭਾਰਤ ਦੀ ਰਾਜਧਾਨੀ ਦੇ ਵਿੱਚ ਇੱਕ ਕਲੋਨੀ ਵਸ ਚੁੱਕੀ ਹੈ ਜਿਹਦਾ ਨਾਮ ਹੈ ਵਿਧਵਾ ਕਲੋਨੀ। 1984 ਦੇ ਜਿਹੜੀਆਂ ਸਾਡੀਆਂ ਮਾਤਾਵਾਂ, ਸਾਡੀਆਂ ਭੈਣਾਂ ਸਿੱਖਾਂ ਦੀਆਂ ਜਿਹੜੀਆਂ ਵਿਧਵਾ ਹੋ ਗਈਆਂ, ਜਿਨ੍ਹਾਂ ਦੇ ਪਤੀਆਂ ਦੇ ਉਦੋਂ ਗਲਾਂ ਦੇ ਵਿੱਚ ਟਾਇਰ ਪਾ ਦਿੱਤੇ ਗਏ, ਉਹ ਜੋ ਵਿਧਵਾ ਕਲੋਨੀ ਹੈ ਨਾ ਜੀ, ਉਹ ਇੱਕ ਧੱਬਾ ਹੈ ਸਰਕਾਰ ਦੇ ਉੱਪਰ। ਉਹ ਧੱਬਾ ਨਹੀਂ, ਉਹ ਸਰਕਾਰ ਦਾ ਇੱਕ ਮੈਡਲ ਹੈ। ਉਹ ਮੈਡਲ ਕਿਸ ਚੀਜ਼ ਦਾ? ਵੀ ਜੇ ਸਿੱਖ ਤੁਸੀਂ ਕੁਝ ਕਰੋਗੇ ਨਾ ਤੇ ਤੁਹਾਡੀਆਂ ਇਹੋ ਜਿਹੀਆਂ ਕਲੋਨੀਆਂ ਬਣਾ ਦਾਂਗੇ। ਅੱਜ ਤੋਂ 38 ਸਾਲ ਪਹਿਲਾਂ ਨਵੰਬਰ 1984 ਦੇ ਵਿੱਚ ਭਾਰਤ ਦੀ ਰਾਜਧਾਨੀ ਦਿੱਲੀ, ਕਾਨਪੁਰ ਤੇ ਕੁਝ ਹੋਰ ਇਸ ਦੇਸ਼ ਦੇ ਹਿੱਸਿਆਂ ਦੇ ਵਿੱਚ ਸਿੱਖਾਂ ਦਾ ਕਤਲੇਆਮ ਕੀਤਾ ਗਿਆ। 38 ਸਾਲ ਹੋ ਗਏ ਆ। ਭਾਰਤ ਦਾ ਜਿਹੜਾ ਕਿ ਕਾਨੂੰਨ ਹੈ, ਇਹ ਦਾਅਵਾ ਕੀਤਾ ਜਾਂਦਾ ਹੈ ਸਰਕਾਰਾਂ ਵੱਲੋਂ, ਜਿਹੜਾ ਹੈਗਾ ਸਰਕਾਰ ਦੇ ਕੁਝ ਚਿਹਰਿਆਂ ਵੱਲੋਂ, ਕਿ ਕਾਨੂੰਨ ਜਿਹੜਾ ਬੜਾ ਸਖਤ ਹੈ ਔਰ ਕਾਨੂੰਨ ਦੇ ਹੱਥ ਬਹੁਤ ਲੰਬੇ ਆ। ਪਰ 38 ਸਾਲ ਬੀਤਣ ਤੋਂ ਬਾਅਦ ਵੀ ਕਾਨੂੰਨ ਦੇ ਸੋ ਕਾਲਡ ਲੰਬੇ ਹੱਥ ਜਿਹੜੇ ਆ ਉਹ 84 ਕਤਲੇਆਮ ਦੇ ਜਿਹੜੇ ਦੋਸ਼ੀ ਸੀ, ਜਿਹੜੇ ਸਾਜ਼ਿਸ਼ਘਾੜੇ ਸੀ, ਉਹਨਾਂ ਤੱਕ ਨਹੀਂ ਪਹੁੰਚ ਸਕੇ। ਵਜ੍ਹਾ ਕੀ ਹੈ? ਕਾਰਨ ਕੀ ਹੈ? ਸਿੱਖਾਂ ਦੇ ਮਨਾਂ ਦੇ ਵਿੱਚ ਜਿਹੜੀ ਬੇਭਰੋਸਗੀ ਪੈਦਾ ਹੋ ਗਈ ਹੈ 38 ਸਾਲ ਤੋਂ ਬਾਅਦ। ਅਸੀਂ ਇਸ ਕਤਲੇਆਮ ਦੀ ਜਿਹੜੀ ਹੈਗੀ ਹੈ ਇਸ ਬਰਸੀ ਮੌਕੇ, 38ਵੀਂ ਵਰ੍ਹੇਗੰਢ ਮੌਕੇ ਕੁਝ ਸਮਾਂ ਚਰਚਾ ਕਰਾਂਗੇ। ਮੇਰੇ ਨਾਲ ਮਨੁੱਖੀ ਅਧਿਕਾਰ ਕਮਿਸ਼ਨ ਦੇ ਆਗੂ ਪੰਜਾਬ ਦੇ ਇਮਾਨ ਸਿੰਘ ਖਾਰਾ ਵਕੀਲ ਮੌਜੂਦ ਨੇ। ਸਵਾਗਤ ਹੈ ਖਾਰਾ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਰਾ ਸਾਹਿਬ, 38 ਸਾਲ ਕਹਿੰਦੇ ਨੇ, ਦੋ ਸ਼ਬਦ ਨੇ 38 ਤੇ ਸਾਲ, ਪਰ 38 ਸਾਲਾਂ ਦੇ ਵਿੱਚ ਕਈ ਜ਼ਿੰਦਗੀਆਂ ਲੰਘ ਗਈਆਂ। ਜਿਨ੍ਹਾਂ ਨੇ ਆਪਣੇ ਪਿਤਾ ਨੂੰ ਮਰਦੇ ਦੇਖਿਆ, ਸੜਦੇ ਦੇਖਿਆ, ਗਲਾਂ ਦੇ ਵਿੱਚ ਟਾਇਰ ਪੈ ਕੇ। ਕਈਆਂ ਮਾਵਾਂ ਨੇ ਆਪਣੀਆਂ ਧੀਆਂ, ਉਹਨਾਂ ਦੀਆਂ ਇੱਜ਼ਤਾਂ ਲੁੱਟੀਆਂ ਜਾਂਦੀਆਂ ਦੇਖੀਆਂ। ਭਰਾਵਾਂ ਨੇ ਆਪਣੀਆਂ ਭੈਣਾਂ ਦੀਆਂ ਇੱਜ਼ਤਾਂ ਲੁੱਟੀਆਂ ਜਾਂਦੀਆਂ ਦੇਖੀਆਂ। ਤਾਂ ਅਜੇ ਤੱਕ ਦੋਸ਼ੀਆਂ ਨੂੰ ਸਜ਼ਾ ਨਾ ਮਿਲਣੀ, ਜਾਂ ਮੁੱਖ ਸਾਜ਼ਿਸ਼ਘਾੜੇ ਸੀ ਜਿਹੜੇ, ਉਹਨਾਂ ਨੂੰ ਸਜ਼ਾ ਨਾ ਮਿਲਣੀ। ਅੱਗੇ ਜਾਣ ਤੋਂ ਪਹਿਲਾਂ ਇੱਕ ਚਰਚਾ ਕਰ ਲੈਂਦੇ। ਫੂਲਕਾ ਸਾਹਿਬ ਨੇ ਚਿੱਠੀ ਕੱਲ੍ਹ ਲਿਖੀ ਹੈ ਪ੍ਰਧਾਨ ਮੰਤਰੀ ਮੋਦੀ ਨੂੰ। 38 ਸਾਲਾਂ ਦਾ ਜਿਹੜਾ ਇੱਕ ਉਡੀਕ ਦਾ ਸਫ਼ਰ ਆ, ਕਿਵੇਂ ਦੇਖਦੇ ਹੋ ਤੁਸੀਂ? ਨਹੀਂ, ਮੈਂ ਤਾਂ ਸਮਝਦਾ ਵੀ ਦੁਨੀਆ ਦਾ ਆਪਾਂ ਕੋਈ ਵੀ ਮੁਲਕ ਦੇਖ ਲਈਏ, ਕੋਈ ਦੇਸ਼ ਦੇਖ ਲਈਏ, ਕੁਝ ਵੀ ਦੇਖ ਲਈਏ, ਕੋਈ ਇਤਿਹਾਸ ਫਰੋਲ ਲਈਏ, ਮੈਨੂੰ ਨਹੀਂ ਲੱਗਦਾ ਕਿਤੇ ਵੀ ਜੋ ਗੁਲਾਮਾਂ ਨੂੰ ਕਦੇ ਇਨਸਾਫ ਮਿਲਿਆ ਹੋਵੇ। ਕੀ ਆਪਾਂ ਤੁਸੀਂ ਦੇਖ ਲਓ ਵੀ ਚਾਹੇ ਜੋ ਪਹਿਲਾ ਘੱਲੂਘਾਰਾ ਸੀ, ਛੋਟਾ ਘੱਲੂਘਾਰਾ 1746 ਵਾਲਾ, ਉਸ ਤੋਂ ਬਾਅਦ ਵੱਡਾ ਘੱਲੂਘਾਰਾ 1762 ਵਾਲਾ, ਕੀ ਉਦੋਂ ਆਪਾਂ ਜੋ ਮਰਜ਼ੀ ਕਰ ਲੈਂਦੇ? ਕਿ ਮੁਗਲ ਸਟੇਟ ਨੇ ਇਨਸਾਫ ਦੇਣਾ ਸੀ? ਉਸ ਤੋਂ ਬਾਅਦ ਸਿੱਖ ਕੌਮ ਦਾ ਕਤਲੇਆਮ ਕਿਵੇਂ ਰੁਕਿਆ? ਉਹ ਰੁਕਿਆ ਜਦੋਂ ਸਾਡਾ ਰਾਜ ਆ ਗਿਆ। ਤੁਸੀਂ ਦੇਖ ਲਓ ਅੱਜ ਜੇ ਆਪਾਂ ਅਮਰੀਕਾ ਦੇ ਕਾਲਿਆਂ ਦੀ ਦਸ਼ਾ ਦੇਖ ਲਈਏ, ਕੋਈ ਇਨਸਾਫ ਤਾਂ ਕੋਈ ਨਹੀਂ ਉਹਨਾਂ ਦੇ ਲਈ। ਤੇ ਇਹੀ ਆਪਾਂ ਜੇ ਯਹੂਦੀਆਂ ਨੂੰ ਚੁੱਕ ਕੇ ਦੇਖ ਲਈਏ,
2500 ਸਾਲ ਤੋਂ ਯਹੂਦੀਆਂ ਦੀ ਜੋ ਨਸਲਕੁਸ਼ੀ ਹੈ ਉਹ ਹੁੰਦੀ ਆ ਰਹੀ ਹੈ, ਵੱਖ-ਵੱਖ ਦੇਸ਼ਾਂ 'ਚ ਹੁੰਦੀ ਆ ਰਹੀ ਹੈ। ਰੋਮ ਤੋਂ ਸ਼ੁਰੂ ਹੋਈ ਯਹੂਦੀਆਂ ਦੀ ਜਿਹੜੀ 2500 ਸਾਲ ਜੋ ਇਹਨੇ ਨਸਲਕੁਸ਼ੀ ਹੋਣੀ, ਉਸ ਤੋਂ ਬਾਅਦ ਚੋਂ ਨਿਬੜੀ ਕਿੱਥੇ ਜਾ ਕੇ ਹਿਟਲਰ ਤੇ ਜਾ ਕੇ, ਤੇ ਰੁਕੀ ਕਦੋਂ, ਜੋ ਉਹਨਾਂ ਦਾ ਜਿਹੜਾ ਦੇਸ਼ ਹੈ ਇਜ਼ਰਾਈਲ ਹੋਣ 'ਚ ਆ ਗਿਆ ਸੀ। ਤੇ ਤੁਸੀਂ ਦੇਖ ਲਓ, ਜੇ ਆਪਾਂ ਆਪਦਾ ਕੌਮ ਦਾ ਜੋ ਇਤਿਹਾਸ ਚੁੱਕ ਕੇ ਦੇਖ ਲਈ ਵੀ ਜਦੋਂ ਸਾਡਾ ਰਾਜ ਸੀ, ਤੁਸੀਂ ਕਦੇ ਸੁਣਿਆ ਸ਼ੇਰੇ ਪੰਜਾਬ ਦੇ ਰਾਜ 'ਚ ਕਦੇ ਸਿੱਖ ਕੌਮ ਦਾ ਕਤਲੇਆਮ ਹੋਇਆ ਹੋਵੇ? ਸਿੱਖ ਕੌਮ ਦਾ ਛੱਡੋ, ਕਿਸੇ ਹੋਰ ਕੌਮ ਦਾ ਹੋਇਆ ਹੋਵੇ? ਤੇ ਉਦੋਂ ਪਹਿਲਾਂ ਸਾਡੇ 2 ਘੱਲੂਘਾਰੇ ਹੋਏ। ਉਸ ਤੋਂ ਬਾਅਦ ਤੁਸੀਂ ਲਾ ਲਓ ਜਲਿਆਂਵਾਲਾ ਬਾਗ 'ਚ ਕੀ ਕੁਛ ਹੋਇਆ, ਸਿੱਖਾਂ ਨੂੰ ਕਿਵੇਂ ਜਲੀਲ ਕੀਤਾ ਜਾਂਦਾ ਸੀ ਅੰਗਰੇਜ਼ਾਂ ਦੁਆਰਾ। ਉਸ ਤੋਂ ਬਾਅਦ ਅਸੀਂ 1966 'ਚ ਸੂਬਾ ਬਣਾਉਣਾ ਸੀ, ਉਦੋਂ ਕਿਵੇਂ ਸਿੱਖਾਂ ਦੀ ਦੁਰਦਸ਼ਾ ਕੀਤੀ ਗਈ। ਉਦੋਂ ਬੜੀਆਂ ਥਾਵਾਂ ਤੇ ਲੁਕਾਇਆ ਗਿਆ, ਪਰ ਸਿੱਖਾਂ ਦੀ ਨਸਲਕੁਸ਼ੀ 1966 'ਚ ਵੀ ਹੋਈ ਸੀ ਦਿੱਲੀ ਦੇ ਵਿੱਚ, ਸਿੱਖਾਂ ਨੂੰ ਕੋਹ ਕੇ ਮਾਰਿਆ ਸੀ। ਉਸ ਤੋਂ ਬਾਅਦ ਜੋ ਸਾਡਾ ਤੀਜਾ ਘੱਲੂਘਾਰਾ ਹੋਇਆ ਜੂਨ 84 ਦੇ ਵਿੱਚ, ਮੈਂ ਸਮਝਦਾ ਜੋ ਸਾਡਾ ਜੂਨ 84 ਦੇ ਵਿੱਚ 1 ਜੂਨ ਨੂੰ ਜੋ ਸ਼ੁਰੂ ਹੋਇਆ ਸੀ ਘੱਲੂਘਾਰਾ, ਉਹ ਨਿਬੜਿਆ ਕਿੱਥੇ ਜਾ ਕੇ 6 ਨਵੰਬਰ 1984 ਨੂੰ। ਉਸ ਤੋਂ ਬਾਅਦ ਵੀ 10 ਸਾਲ ਚੱਲਦਾ ਰਿਹਾ। ਤਾਂ ਉਹ ਜਿਹੜੇ 6 ਮਹੀਨੇ ਨੇ ਨਾ, ਉਹਦੇ ਵਿੱਚ ਪਲੈਨਿੰਗ ਕੀਤੀ ਗਈ। ਜਿਵੇਂ ਕਿ ਇਹ ਦੇਖੋ, ਇਹ ਸਬੂਤ ਕਾਫੀ ਆ ਚੁੱਕੇ ਨੇ ਨਾ ਵੀ ਹਰਮੰਦਰ ਸਾਹਿਬ ਤੇ ਅਟੈਕ ਕਰਨ ਦੀ ਜਿਹੜੀ ਵਿਉਂਤਬੰਦੀ ਸੀ ਨਾ, ਇਹ 1982 ਤੋਂ ਸ਼ੁਰੂ ਹੋ ਗਈ ਸੀ ਜੀ। ਤੁਸੀਂ ਦੇਖ ਲਓ ਵੀ ਜੋ ਆਪਾਂ ਖਬਰ ਪੜ੍ਹ ਰਹੇ ਹਾਂ ਉਹ ਫੂਲਕਾ ਸਾਹਿਬ ਵਾਲੀ, ਉਸ 'ਚ ਕਿਵੇਂ ਪੂਰਾ ਕਲੀਅਰਲੀ ਮੈਂਸ਼ਨਡ ਹੈ ਵੀ ਜੋ ਪਾਊਡਰ ਸੀ, ਜੋ ਦਲਜੀਤ ਦੋਸਾਂਝ ਨੇ ਜੋ ਇੱਕ ਟੀਵੀ ਸੀਰੀਜ਼ ਵੀ ਬਣਾਈ ਹੈ ਨੈਟਫਲਿਕਸ ਤੇ, ਉਸ 'ਚ ਵੀ ਕਿਵੇਂ ਦਿਖਾਇਆ ਗਿਆ, ਉਹ ਚਿੱਠੀ 'ਚ ਵੀ ਮੈਂਸ਼ਨ ਹੈ ਵੀ ਇੱਕ ਸਾਜ਼ਿਸ਼ ਦੇ ਤਹਿਤ ਜਿਹੜਾ ਪਾਊਡਰ ਸੀ, ਜਦੋਂ ਕਿਸੇ ਸਿੱਖ ਤੇ ਪਾਊਡਰ ਨੂੰ ਪਾਉਂਦੇ ਸੀ ਤਾਂ ਜੋ ਤੁਰੰਤ ਉਹਨੂੰ ਫਟਾਫਟ ਅੱਗ ਲੱਗ ਜਾਂਦੀ ਸੀ ਬੰਦੇ ਨੂੰ। ਤੇ ਜੋ ਪਾਊਡਰ ਹੈ ਉਹਨੂੰ ਇਸਤੇਮਾਲ ਕਰਨ ਦੇ ਲਈ ਇੱਕ ਜੋ ਸਪੈਸ਼ਲ ਟ੍ਰੇਨਿੰਗ ਚਾਹੀਦੀ ਹੁੰਦੀ ਹੈ, ਤਾਂ ਜਾਂ ਤਾਂ ਉਹ ਸਟੇਟ ਦੇ ਬੰਦੇ ਸੀ, ਏਜੰਸੀਆਂ ਦੇ ਬੰਦੇ ਸੀ, ਜਾਂ ਉਹਨਾਂ ਨੂੰ ਕਾਫੀ ਸਮੇਂ ਤੋਂ ਜੋ ਟ੍ਰੇਨਿੰਗ ਦਿੱਤੀ ਜਾ ਰਹੀ ਸੀ। ਤੇ ਇੱਥੇ ਨਾ ਮੈਂ ਤੁਹਾਨੂੰ ਇੱਕ ਹੋਰ ਬੜੀ ਜੋ ਜ਼ਰੂਰੀ ਗੱਲ ਮੇਰੀ ਜਾਣਕਾਰੀ ਚਾਹੀ ਮੈਂ ਦੱਸਣਾ ਚਾਹਾਂਗਾ ਵੀ ਜਦੋਂ ਕਿਸਾਨੀ ਅੰਦੋਲਨ ਚੱਲ ਰਿਹਾ ਸੀ ਤਾਂ ਉਸ ਸਮੇਂ ਤੇ ਜਿੱਦਣ ਜੋ ਰਾਕੇਸ਼ ਟਕੈਤ ਹੈ ਉਹਨੇ ਜੋ ਉਹਦਾ ਮੋਰਚਾ ਲਾਇਆ ਸੀ ਯੂਪੀ ਵਾਲੀ ਸਾਈਡ ਤੇ, ਤਾਂ ਉਸ ਸਮੇਂ ਉਹ ਜਦੋਂ ਰੋਇਆ ਕੈਮਰੇ ਦੇ ਉੱਤੇ, ਤਾਂ ਉਦੋਂ ਮੇਰੇ ਜੋ ਕਾਫੀ ਖਾਸ ਜਾਣਕਾਰ ਨੇ ਉਹ ਮੈਨੂੰ ਦੱਸ ਰਹੇ ਸੀ ਉਹ ਮਾਂ ਤੇ ਬੇਟਾ ਉਸ ਸਮੇਂ ਜੋ ਪੰਚਕੂਲੇ 'ਚ ਰਹਿ ਰਹੇ ਸੀ, ਤਾਂ ਉਹਨਾਂ ਨੂੰ ਬੜੇ ਜੋ ਉਹਦੇ ਨਜ਼ਦੀਕੀ ਜੋ ਹਰਿਆਣੇ ਦੇ ਪੁਲਿਸ ਅਫਸਰ ਦਾ ਫੋਨ ਹੈ, ਬੜੇ ਉੱਚ ਅਹੁਦੇ ਤੇ ਤੁਸੀਂ ਮੰਨ ਲਓ ਵੀ DGP ਦੇ ਲਾਗੇ ਤਾਗੇ ਉਹਦੇ ਤੇ ਮੰਨ ਲਓ, ਉਹਨਾਂ ਨੇ ਕਿਹਾ ਤੁਸੀਂ ਤੁਰੰਤ ਅੱਜ ਹੀ ਜੋ ਉਹਦਾ ਸਮਾਨ ਚੁੱਕ ਕੇ ਜੋ ਤੁਸੀਂ ਫੌਰਨ ਪੰਜਾਬ ਚਲੇ ਜਾਓ, ਵੀ ਤੁਹਾਨੂੰ ਛੱਡਣਾ ਨਹੀਂ, ਪਿੱਛੋਂ ਆਰਡਰ ਆ ਚੁੱਕੇ ਨੇ ਵੀ ਸਿੱਖਾਂ ਦੀ ਹੁਣ ਜੋ ਨਸਲਕੁਸ਼ੀ ਸ਼ੁਰੂ ਕਰ ਦੋ ਹਰਿਆਣੇ ਦੇ ਵਿੱਚ। ਤੇ ਉਸੇ ਦਿਨ ਫਿਰ ਉਹਨਾਂ ਜਿਹੜਾ ਆਦਾ ਪਿੰਡ ਸੀ ਲਾਗੇ ਜਲੰਧਰ ਦੇ ਲਾਗੇ, ਉੱਥੇ ਉਹ ਚਲੇ ਗਏ। ਤੇ ਤੁਸੀਂ ਦੇਖ ਲਓ ਵੀ ਇਹ ਜਿਹੜੀ ਸਾਜ਼ਿਸ਼ ਹੈ ਨਾ ਜੋ ਸਿੱਖਾਂ ਦੀ ਨਸਲਕੁਸ਼ੀ ਕਰਨ ਦੀ, ਇਹ ਉਦੋਂ ਤੱਕ ਮੇਰੇ ਸਾਹਮਣੇ ਬੰਦ ਨਹੀਂ ਹੋ ਸਕਦਾ, ਸਾਨੂੰ ਕੋਈ ਇਨਸਾਫ ਨਹੀਂ ਮਿਲ ਸਕਦਾ ਜਦੋਂ ਤੱਕ ਸਾਡਾ ਘਰ ਨਹੀਂ ਬਣ ਜਾਂਦਾ। ਜਦੋਂ ਕੌਮੀ ਘਰ ਕਿਸੇ ਦਾ ਬਣਦਾ ਹੈ ਤਾਂ ਹੀ ਉਹ ਜਿਹੜੀ ਕੋਈ ਕੌਮ ਹੁੰਦੀ ਹੈ ਉਹ ਟੇਬਲ ਤੇ ਬਹਿ ਕੇ ਗੱਲ ਕਰਨ ਜੋਗੀ ਹੁੰਦੀ ਹੈ। ਵੀ ਤਾਂ ਹੀ ਆਪਾਂ ਨੇ ਬੜੇ ਕਾਫੀ ਕੋਈ ਆਗੂ ਆਉਂਦੇ ਨੇ UN 'ਚ ਆਹ ਕਰ ਦਾਂਗੇ, UN 'ਚ ਉਹ ਕਰ ਦਾਂਗੇ। ਪਹਿਲੀ ਗੱਲ UN ਦੇ ਵਿੱਚ ਜਿਹੜੀ ਉਹਨਾਂ ਦੀ ਜਨਰਲ ਅਸੈਂਬਲੀ ਹੈ, ਉੱਥੇ ਸਿਰਫ ਸਟੇਟਾਂ ਦੇ ਮੁਲਕਾਂ ਦੇ ਨੁਮਾਇੰਦੇ ਬਹਿ ਸਕਦੇ ਨੇ, ਆਮ ਕਿਸੇ ਕੌਮ ਦਾ ਨੁਮਾਇੰਦਾ ਨਹੀਂ ਬਹਿ ਸਕਦਾ। ਤਾਂ ਅਸੀਂ ਟੇਬਲ ਤੇ ਵੀ ਤਾਂ ਹੀ ਤਗੜੇ ਹਾਂ ਜੇ ਅਸੀਂ ਸਾਡੀ ਜਿਹੜੀ ਕੋਈ ਦੇਸ਼ ਬਣੇਗਾ, ਸਾਡਾ ਕੋਈ ਦੇਸ਼ ਇਹੋ ਜਿਹਾ ਸਟ੍ਰੈਟੇਜਿਕਲੀ ਕੋਈ ਸਾਡੇ ਕੋਲ ਕੋਈ ਪਾਵਰਾਂ ਹੋਣਗੀਆਂ, ਅਸੀਂ ਕਿਸੇ ਦਾ ਲਾਂਘਾ ਬੰਦ ਕਰਨ ਜੋਗੇ ਹੋਵਾਂਗੇ, ਸਾਡੇ ਕੋਲ ਫੌਜ ਹੋਵੇਗੀ, ਸਾਡੇ ਕੋਲ ਨਿਊਕਲੀਅਰ ਹਥਿਆਰ ਹੋਣਗੇ, ਤਾਂ ਹੀ ਜੋ ਸਾਡੇ ਤੋਂ ਬਾਕੀ ਮੁਲਕ ਡਰਨਗੇ, ਤਾਂ ਹੀ ਜੋ ਸਾਡੀ ਜੋ ਨਸਲਕੁਸ਼ੀ ਕਰਨ ਤੋਂ ਡਰਨਗੇ। ਤੇ ਆਪਾਂ ਕਹਿ ਦਈਏ ਵੀ ਇਹ ਕਮਿਸ਼ਨ ਬਣਾ ਲਓ, ਉਹ ਕਰਾ ਲਓ, ਉਹ ਕਿਸੇ ਨੇ ਕੁਝ ਨਹੀਂ ਕਰਨਾ। ਜਿਹੜੀਆਂ ਸਰਕਾਰਾਂ ਨੇ, ਪੋਲੀਟੀਕਲ ਪਾਰਟੀਆਂ ਨੇ, ਇੱਕ ਦੂਜੇ ਦੇ ਉਲਟ ਜੋ ਸਿੱਖਾਂ ਦੀਆਂ ਇਹਨਾਂ ਭਾਵਨਾਵਾਂ ਨੂੰ ਮੈਂ ਸਮਝਦਾ ਵਰਤਦੀਆਂ ਨੇ। ਜੇ ਮੌਕਾ ਮਿਲਿਆ ਤਾਂ ਜਿਹੜੀ ਹੁਣ ਪ੍ਰੈਜ਼ੀਡੈਂਟ ਜਿਸ ਦੀ ਹਕੂਮਤ ਹੈ, ਜੇ ਕਿਸੇ ਉਹਨਾਂ ਨੂੰ ਲੱਗਿਆ ਵੀ ਸਿੱਖਾਂ ਨੇ ਸਾਡੇ ਨੱਕ ਦੇ ਵਿੱਚ ਬਹੁਤ ਜ਼ਿਆਦਾ ਦਮ ਕਰਤਾ ਹੈ ਨਾ, ਜੋ ਦੇਖੋ ਹੁਣ ਜੋ ਹੋਮ ਵਜ਼ੀਰ ਹੈ, ਹੋਮ ਮਿਨਿਸਟਰ ਦਾ ਬਿਆਨ ਆ ਵੀ ਗਿਆ ਕੌਮੀ ਘਰ ਖਾਲਿਸਤਾਨ ਤੇ, ਅੱਜ ਕੱਲ੍ਹ ਦੀ ਸਟੇਟਮੈਂਟ ਹੈ। ਜਦੋਂ ਉਹਨਾਂ ਨੂੰ ਲੱਗਿਆ ਵੀ ਇਹ ਗੱਲ ਹੁਣ ਨਹੀਂ ਕੰਟਰੋਲ ਹੁੰਦੀ, ਤਾਂ ਤੁਸੀਂ ਦੇਖ ਲਓ ਸਿੱਖਾਂ ਨੂੰ ਉਦੋਂ ਵੀ 1984 ਤੋਂ ਲੈ ਕੇ ਜੋ 1995 ਤੱਕ ਹੋਇਆ, ਉਦੋਂ ਭੈੜੇ ਤਰੀਕੇ ਨਾਲ ਸਿੱਖਾਂ ਦੀ ਦਸ਼ਾ ਕੀਤੀ ਜਾਵੇਗੀ ਇੰਡੀਆ ਦੇ ਵਿੱਚ। ਫੂਲਕਾ ਦੀ ਜਿਹੜੀ ਚਿੱਠੀ ਹੈਗੀ ਹੈ, ਹਰਵਿੰਦਰ ਸਿੰਘ ਫੂਲਕਾ ਬੜੇ ਸੀਨੀਅਰ ਸਿੱਖ ਵਕੀਲ ਆ, ਉਹ ਲਗਾਤਾਰ ਜਿਹੜਾ 84 ਤੋਂ ਲੈ ਕੇ ਅੱਜ 2022 ਆ ਜਾਣ ਵਾਲਾ, ਲਗਾਤਾਰ 84 ਕਤਲੇਆਮ ਦੇ ਲਈ ਸਰਕਾਰ ਦੇ ਨਾਲ ਜਿਹੜਾ ਅਦਾਲਤਾਂ ਦੇ ਨਾਲ ਉਹ ਮਿਹਨਤ ਜਿਹੜੀ ਹੈਗੀ ਹੈ, ਜਿੱਦਾਂ ਜਦੋਂ ਜਦ ਜਾਰੀ ਉਹਨਾਂ ਦੀ, ਉਹਨਾਂ ਨੇ ਕੁਝ ਨੁਕਤੇ ਜਿਹੜੇ ਆ ਉਸ ਚਿੱਠੀ ਦੇ ਵਿੱਚ ਲਿਖਿਆ ਸੀ, ਉਹਨਾਂ 'ਤੇ ਥੋੜ੍ਹੀ ਗੱਲਬਾਤ ਕਰਾਂਗੇ। ਜਿੱਦਾਂ ਉਹਨਾਂ ਨੇ, ਤੁਸੀਂ ਵੀ ਗੱਲਬਾਤ ਕੀਤੀ, ਉਹ ਕਹਿੰਦੇ ਵੀ ਤਿਆਰੀ ਜਿਹੜੀ ਹੈ ਪਹਿਲਾਂ ਰਚੀ ਗਈ ਸੀਗੀ। ਉਹ ਕਹਿੰਦੇ ਵੀ ਇਹ ਅੰਦਾਜ਼ਾ ਹੈਗਾ ਵੀ ਪਹਿਲਾਂ ਜਿਹੜਾ ਹੈਗਾ ਹਮਲਾ ਕਰਨ ਵਾਲੀ ਭੀੜ ਨੇ ਗੁਰਦੁਆਰਾ ਸਾਹਿਬਾਨਾਂ ਨੂੰ ਜਿਹੜਾ ਹੈਗਾ ਅੱਗ ਲਾਈ ਤਾਂ ਕਿ ਜਿਹੜੇ ਸਿੱਖ ਹੈ ਇੱਥੇ ਪਨਾਹ ਨਾ ਲੈ ਸਕਣ।
ਤਾਂ ਦਿੱਲੀ ਹੈ, ਕੋਈ ਪਿੰਡ ਨਹੀਂ ਗਾ ਇਸ ਮੁਲਕ ਦਾ ਵੀ ਛੋਟਾ ਜਿਹਾ ਪਿੰਡ ਹੋਵੇ ਜਿੱਥੇ ਕੋਈ ਏਜੰਸੀ ਨਹੀਂ ਹੈਗੀ, ਜਿੱਥੇ ਕੋਈ ਪੁਲਿਸ ਪ੍ਰਸ਼ਾਸਨ ਨਹੀਂ ਹੈਗੀ, ਜਿੱਥੇ ਕੋਈ CCTV ਨਹੀਂ ਹੈਗੀ, ਜਾਂ ਕੋਈ ਇਸ ਤਰ੍ਹਾਂ ਦਾ ਢਾਂਚਾ ਨਹੀਂ ਹੈਗਾ। ਦਿੱਲੀ ਰਾਜਧਾਨੀ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਹੈਗੀ ਵਿਉਂਤ ਰਚ ਗਈ। ਕੀ ਅੰਦਾਜ਼ਾ ਲਾਉਂਦੇ ਹੋ, ਜਿਹੜੇ ਪ੍ਰਧਾਨ ਮੰਤਰੀ ਮੋਦੀ ਕਾਫੀ ਵਾਰ ਕਹਿੰਦੇ ਵੀ ਸਿੱਖਾਂ ਦੇ ਬਿਨਾਂ ਭਾਰਤ ਮੁਲਕ ਨਹੀਂ ਹੈਗਾ, ਅਸੀਂ ਬਹੁਤ ਸਤਿਕਾਰ ਕਰਦੇ ਹਾਂ, ਕਈ ਵਾਰ ਕਹਿੰਦੇ ਰਹਿੰਦੇ ਆ, ਮਨ ਕੀ ਬਾਤ ਦੇ ਵਿੱਚ ਕਹਿੰਦੇ ਆ, ਤਾਂ ਅੱਜ ਭਾਰਤੀ ਜਨਤਾ ਪਾਰਟੀ ਉਹਦਾ ਨਿੱਜੀ ਤੌਰ ਤੇ ਵੀ ਕਾਂਗਰਸ ਦੀ ਵਿਰੋਧੀ ਹੈ, ਤਾਂ ਜਿਹੜਾ ਕਤਲੇਆਮ ਕੀਤਾ ਗਿਆ ਸੀਗਾ ਕਾਂਗਰਸ ਦੇ ਰਾਜ 'ਚ ਕੀਤਾ ਸੀ, ਇੰਦਰਾ ਦੀ ਮੌਤ ਤੋਂ ਬਾਅਦ ਕੀਤਾ ਸੀਗਾ, ਤਾਂ ਕੀ ਤੁਹਾਨੂੰ ਲੱਗਦਾ ਵੀ ਇਹ ਜਿਹੜੀ ਚਿੱਠੀ ਦਾ ਅਸਰ ਹੋਣ ਵਾਲਾ ਹੈਗਾ? ਕੀ ਜਿਹੜੀਆਂ ਫਾਈਲਾਂ ਨੇ ਉਹ ਜਨਤਕ ਹੋਣੀਆਂ ਚਾਹੀਦੀਆਂ ਨੇ, ਸਾਜ਼ਿਸ਼ ਘਰਾਣੇ ਦੇ ਨਾਮ ਜਨਤਕ ਹੋਣੇ ਚਾਹੀਦੇ ਆ, ਟਰੁੱਥ ਕਮਿਸ਼ਨ ਦੀ ਜਿਹੜੀ ਉਹਨਾਂ ਨੇ ਮੰਗ ਕੀਤੀ ਹੈ? ਨਹੀਂ ਜੀ, ਦੇਖੋ ਪਹਿਲੀ ਗੱਲ ਤਾਂ ਮੈਂ ਸਮਝਦਾ ਹਾਂ ਵੀ ਜਿਹੜੀ ਸਪੇਸ ਹੁੰਦੀ ਹੈ ਨਾ, ਚਾਹੇ ਉਹ ਲੀਗਲ ਸਪੇਸ ਹੋਵੇ, ਚਾਹੇ ਅਦਾਲਤਾਂ ਦੇ ਵਿੱਚ ਹੋਵੇ, ਚਾਹੇ ਪੋਲੀਟੀਕਲ ਸਪੇਸ ਹੋਵੇ, ਸਾਨੂੰ ਖਾਲੀ ਨਹੀਂ ਛੱਡਣੀ ਚਾਹੀਦੀ। ਉਹ ਜੋ ਵੀ ਸਾਡਾ ਵਾਹ ਲੱਗਦਾ, ਚਾਹੇ ਸਾਨੂੰ ਪਤਾ ਕੁਝ ਹੋਣਾ ਚਾਹੇ ਨਹੀਂ ਹੋਣਾ, ਸਾਨੂੰ ਅਦਾਲਤਾਂ ਦੇ ਵਿੱਚ ਪੈਰਵਾਈ ਕਰਨੀ ਚਾਹੀਦੀ ਹੈ। ਕਿਉਂਕਿ 1947 ਤੋਂ ਪਹਿਲਾਂ ਚਾਹੇ ਜਵਾਹਰ ਲਾਲ ਨਹਿਰੂ ਹੋਣ, ਚਾਹੇ ਮੁਹੰਮਦ ਅਲੀ ਜਿੰਨਾ ਹੋਣ, ਉਹ ਵੀ ਅਦਾਲਤਾਂ ਵਿੱਚ ਜਾ ਕੇ ਕੇਸ ਲੜਦੇ ਹੁੰਦੇ ਸੀ। ਹੋਰ ਉਦੋਂ ਜੋ ਰਜਿੰਦਰ ਪ੍ਰਸਾਦ ਸੀ, ਉਹ ਵੀ ਵਕੀਲ ਸੀ ਪੇਸ਼ੇ ਤੋਂ, ਉਹ ਵੀ ਕੇਸ ਲੜਦੇ ਹੁੰਦੇ ਸੀ। ਤਾਂ ਉਦੋਂ ਚਾਹੇ ਉਦੋਂ ਅੰਗਰੇਜ਼ਾਂ ਦਾ ਕਾਨੂੰਨ ਸੀ, ਅੱਜ ਵੀ ਉਹੀ ਕਾਨੂੰਨ ਚੱਲਦਾ ਆ ਰਿਹਾ, ਚਾਹੇ ਅੰਗਰੇਜ਼ਾਂ ਦੀ ਅਦਾਲਤ ਸੀ, ਤਾਂ ਉਹਨਾਂ ਨੇ ਜੋ ਲੀਗਲ ਸਪੇਸ ਸੀ, ਜੋ ਜੁਡੀਸ਼ਰੀ ਦੀ ਸਪੇਸ ਸੀ, ਉਹ ਛੱਡੀ ਨਹੀਂ ਹੈ ਨਾ। ਜੋ ਹਿੰਦੁਸਤਾਨੀਆਂ ਦਾ ਜੋ ਇਹ ਸੰਘਰਸ਼ ਰਿਹਾ, ਤਾਂ ਉੱਥੇ ਮੈਨੂੰ ਲੱਗਦਾ ਜੇ ਅਸੀਂ ਕੌਮੀ ਘਰ ਲਈ, ਆਪਦੀ ਕੌਮ ਦੇ ਹਿੱਤਾਂ ਲਈ, ਕੌਮ ਨੂੰ ਇਨਸਾਫ ਦੇ ਲਈ ਸੰਘਰਸ਼ ਕਰ ਰਹੇ ਹਾਂ, ਤਾਂ ਸਾਨੂੰ ਇਹ ਸਪੇਸ ਨਹੀਂ ਛੱਡਣੀ ਚਾਹੀਦੀ, ਚਾਹੇ ਪੋਲੀਟੀਕਲ ਸਪੇਸ ਹੋਵੇ, ਨਹੀਂ ਛੱਡਣੀ ਚਾਹੀਦੀ ਸਾਨੂੰ। ਤੇ ਦੂਜੀ ਗੱਲ ਆ ਗਈ ਫਾਈਲਾਂ ਜਨਤਕ ਕਰਨ ਦੀ। ਦੇਖੋ ਜੇ ਕਸ਼ਮੀਰ ਫਾਈਲ ਬਣ ਸਕਦੀ ਹੈ ਫਿਲਮ, ਪਰ ਉਹਨਾਂ ਦੀ ਜੋ ਬਹੁ ਗਿਣਤੀ, ਉਹਨਾਂ ਦੀ ਆਬਾਦੀ 80%, 100 ਕਰੋੜ ਹੈਗੇ ਨੇ ਉਹ, ਤਾਂ ਉਹਨਾਂ ਨੂੰ ਉਹ ਜੇ ਕਸ਼ਮੀਰ ਫਾਈਲ ਫਿਲਮ ਬਣ ਸਕਦੀ ਹੈ, ਤਾਂ ਇਹ ਵੀ ਫਿਲਮ ਜੋ ਸਰਕਾਰ ਬਣਾ ਸਕਦੀ ਹੈ, ਉਹਨੂੰ ਟੈਕਸ ਫ੍ਰੀ ਕਰ ਸਕਦੀ ਹੈ। ਉਹ ਫਾਈਲਾਂ ਨੂੰ ਜਨਤਕ ਕੀਤੀਆਂ ਜਾ ਸਕਦੀਆਂ ਨੇ, ਕਿਉਂਕਿ ਸੀਕ੍ਰੇਟਸ ਐਕਟ ਹੁੰਦਾ, ਮੇਰੇ ਸਾਹਮਣੇ ਸੀਕ੍ਰੇਟ ਐਕਟ, ਸ਼ਾਇਦ ਮੈਂ ਗਲਤ ਨਾ ਹੋਵਾਂ, 35 ਸਾਲ ਦਾ ਸਮਾਂ ਹੁੰਦਾ। 35 ਸਾਲ ਤੋਂ ਬਾਅਦ ਤੁਸੀਂ ਉਹ ਫਾਈਲਾਂ ਜਨਤਕ ਕਰ ਸਕਦੇ ਹੁੰਦੇ ਹੋ। ਤਾਂ ਤੁਸੀਂ ਦੇਖੋ ਨਾ ਵੀ ਜੇ ਆਪਾਂ ਇੱਥੇ ਸੋਚੀਏ ਵੀ ਇਸ ਦੇ ਵਿੱਚ ਤੁਸੀਂ ਇੱਕ ਐਂਗਲ ਹੋਰ ਪੁੱਛਿਆ ਸੀ, ਉਹ ਕੀ ਚੀਜ਼ ਆਖੀ ਸੀ ਤੁਸੀਂ? ਟਰੁੱਥ ਕਮਿਸ਼ਨ ਦੀ ਮੰਗ ਕੀਤੀ ਹੈਗੀ ਉਹਨਾਂ ਨੇ ਜੱਜ ਦਾ। ਉਹ ਕਹਿੰਦੇ ਵੀ ਜਿਹੜੀ ਸਾਜ਼ਿਸ਼ ਘਾੜੇ ਸੀ ਉਹਨਾਂ ਦਾ ਨਾਮ ਜਨਤਕ ਕੀਤਾ ਜਾਵੇ, ਉਹ ਫਾਈਲਾਂ ਜਨਤਕ ਕੀਤੀਆਂ ਜਾਣ। FIR ਦੇ ਜਿਹੜੇ ਹੈਗੇ ਉਹਨਾਂ ਦੇ ਵਿੱਚ ਕਾਫੀ ਉਹਨਾਂ ਨੂੰ ਸ਼ੱਕ ਹੈ ਵੀ ਤਕਰੀਬਨ ਸਾਰੇ ਥਾਣਿਆਂ ਦੇ ਵਿੱਚ ਗੋਲ-ਮੋਲ ਜੀਆਂ FIR ਸੀ। ਦੇਖੋ ਕਤਲ ਹੋ ਗਿਆ, ਛੋਟੀ ਜਿਹੀ ਚੋਰੀ ਹੋ ਜਾਵੇ, ਥਾਣੇ ਵਾਲੇ ਕਹਿੰਦੇ ਸਾਡੇ ਕੋਲ ਆਵੋ ਜੀ। ਕਤਲ ਹੋਏ ਨੇ, ਬਲਾਤਕਾਰ ਹੋਏ ਨੇ, ਟਾਇਰ ਗਲਾਂ ਦੇ ਵਿੱਚ ਪਾ ਕੇ ਜਿਹੜੇ ਸਿੱਖ ਸਾੜੇ ਗਏ ਨੇ, ਗੁਰਦੁਆਰਾ ਸਾਹਿਬ ਦੇ ਵਿੱਚ ਅੱਗਾਂ ਲਾਈਆਂ, ਗ੍ਰੰਥ ਸਾਹਿਬ ਸਾੜੇ ਗਏ ਨੇ। ਇਹ ਪੂਰੇ ਦੇ ਪੂਰੇ ਦੀ ਜਿਹੜੀ ਹੈਗੀ 38 ਸਾਲਾਂ ਬਾਅਦ ਇੱਕ ਵੀ ਬੰਦੇ ਨੂੰ ਸਜ਼ਾ ਨਹੀਂ ਦਿੱਤੀ ਗਈ। ਨਹੀਂ ਤੁਸੀਂ ਦੇਖ ਲਓ ਉੱਥੇ ਹਾਂਜੀ ਹੁਣ ਇਹ ਗੱਲ ਦੇਖੋ, ਉਸ ਸਮੇਂ ਤੇ ਜੇ ਆਪਾਂ ਸੋਚੀਏ ਨਾ, ਜੇ ਕਹਿਣ ਲਈ ਆਖਦੇ ਨੇ ਵੀ 1984 ਹੋਈ, ਤਾਂ ਉਦੋਂ ਕੋਈ CCTV ਫੁਟੇਜ ਨਹੀਂ ਹੁੰਦੇ ਸੀ, ਕੋਈ ਮੋਬਾਈਲ ਫੋਨ ਨਹੀਂ ਸੀ ਹੁੰਦੇ, ਬੰਦਾ ਰਿਕਾਰਡ ਨਹੀਂ ਸੀ ਕਰ ਸਕਦਾ। ਪਰ ਆ ਸ਼ਹੀਨ ਬਾਗ ਦੇ ਵਿੱਚ ਦੇਖੋ ਮੁਸਲਮਾਨਾਂ ਨਾਲ ਕੀ ਹੋਇਆ। ਆ ਹੁਣ ਦੀ ਗੱਲ ਆ, ਕੁਝ ਮੇਰੇ ਸਾਹ 4-5 ਸਾਲ ਬੀਤੇ ਨੇ ਉਸ ਗੱਲ ਨੂੰ। ਆ 2017-18 ਦੀ ਗੱਲ ਹੋਏਗੀ, 2020 ਦੀ ਗੱਲ ਆ। ਤੁਸੀਂ ਦੇਖ ਲਓ ਤੇ ਉਸ ਦੇ CCTV ਫੁਟੇਜ ਵੀ ਸਾਰੀਆਂ ਹੈਗੀਆਂ ਨੇ, ਮੋਬਾਈਲ ਫੋਨਾਂ ਦੀ ਰਿਕਾਰਡਿੰਗਾਂ ਹੈਗੀਆਂ ਨੇ। ਫਿਰ ਵੀ ਮੁਸਲਮਾਨਾਂ ਕਿਵੇਂ ਕੋ ਮਾਰਿਆ ਗਿਆ ਦਿੱਲੀ ਦੇ ਵਿੱਚ, ਕੀ ਹਜਾ ਕੀਤਾ ਗਿਆ ਉਹਨਾਂ ਦਾ। ਤਾਂ ਤੁਸੀਂ ਦੇਖ ਲਓ ਜੇ ਇਨਸਾਫ ਇਹਨਾਂ ਨੇ ਨਹੀਂ ਦੇਣਾ ਤਾਂ ਇਹਨਾਂ ਨੇ ਨਹੀਂ ਦੇਣਾ, ਜਿਹੜੇ ਮਰਜ਼ੀ ਕਮਿਸ਼ਨ ਬਣਾ ਲਓ। ਤੁਸੀਂ ਦੇਖ ਲਓ ਵੀ ਇੱਥੇ ਸਾਰੀਆਂ ਗੱਲ ਸਿੱਧ ਹੁੰਦੇ ਨੇ, ਗਵਾਹ ਹੈਗੇ ਨੇ ਚੀਜ਼ਾਂ ਦੇ। ਕਿਵੇਂ ਤੁਸੀਂ ਦੇਖ ਲਓ ਗੁਰਦੁਆਰਾ ਸਾਹਿਬ ਜੋ ਸਾਡੇ ਇਤਿਹਾਸਕ ਤੇ ਪੁਰਾਤਨ ਗੁਰੂ ਘਰ ਨੇ ਦਿੱਲੀ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜੀ ਬੀੜ ਹੈ ਉਹਨਾਂ ਦੇ ਵਿੱਚ ਅੱਗ ਲਾ ਕੇ ਉਛਾਲਿਆ ਗਿਆ। ਇੰਨਾ ਮਾੜਾ ਤਾਂ ਔਰੰਗਜ਼ੇਬ ਨਹੀਂ ਕੀਤਾ। ਜਦੋਂ ਇੱਕ ਵਾਰੀ ਲਾਹੌਰ ਦਾ ਗਵਰਨਰ ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਨੂੰ ਚੁੱਕ ਕੇ ਜੋ ਔਰੰਗਜ਼ੇਬ ਦੇ ਪਾਸ ਲੈ ਆਇਆ ਸੀ, ਮਹਾਰਾਜ ਆਪਾਂ ਬੇਅਦਬੀ ਕਰੀ, ਉਹਨੇ ਕਿਹਾ ਨਹੀਂ, ਸਾਡੀ ਜਿਹੜੀ ਲੜਾਈ ਹੈ ਸਿੱਖਾਂ ਨਾਲ, ਸਿੱਖਾਂ ਦੇ ਇਸ ਜੋ ਪਵਿੱਤਰ ਗ੍ਰੰਥ ਨਾਲ ਨਹੀਂ। ਉੱਥੇ ਦਾ ਔਰੰਗਜ਼ੇਬ ਵੀ ਜੋ ਨਰਮਾਈ ਵਰਤ ਗਿਆ ਸੀ, ਤਾਂ ਫਿਰ ਕਾਂਗਰਸ ਔਰੰਗਜ਼ੇਬ ਤੋਂ ਵੀ ਟੱਪ ਗਈ। ਉਹ ਤਾਂ ਟੱਪ ਗਏ। ਉਹਨਾਂ ਨੇ ਕੀ ਕੀਤਾ, ਉਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਵੀ ਨਹੀਂ ਛੱਡਿਆ, ਸਿੱਖਾਂ ਦੇ ਗਲਾਂ 'ਚ ਟੈਰਾਂ ਪਾਤੀਆਂ। ਸਿੱਖ ਬੀਬੀਆਂ ਦੇ ਬਲਾਤਕਾਰ ਹੋਏ ਉੱਥੇ, ਹੈ ਨਾ ਜੀ। ਬੀਬੀਆਂ ਦੇ ਪ੍ਰਾਈਵੇਟ ਪਾਰਟਸ ਝੰਡਾ ਪਾ ਕੇ ਆਖਿਆ ਗਿਆ ਵੀ ਆਹ ਝੰਡਾ ਥੋੜਾ ਤਿਰੰਗਾ ਝੰਡਾ। ਤਾਂ ਤੁਸੀਂ ਦੇਖ ਲਓ ਇੱਥੇ ਜੇ ਆਪਾਂ ਉਮੀਦ ਲਾ ਕੇ ਬੈਠੇ ਰਵਾਂਗੇ ਨਾ, ਹਾਂ ਜੋ ਕੋਸ਼ਿਸ਼ਾਂ ਨੇ ਜੋ ਫੂਲਕਾ ਸਾਹਿਬ ਕਰ ਰਹੇ ਨੇ, ਬੜੀ ਇੱਕ ਸ਼ਲਾਘਾਯੋਗ ਕਦਮ ਆ, ਉਹ ਕਰਨਾ ਚਾਹੀਦਾ। ਪਰ ਜੇ ਆਪਾਂ ਬਹੁਤ ਹੀ ਆਸ ਲਾ ਕੇ ਬੈਠਾਂਗੇ, ਜੋ ਇਹ ਪਾਰਟੀਆਂ ਨੇ ਨਾ, ਸਾਨੂੰ ਜੋ ਇਲੈਕਸ਼ਨ ਆ ਜਾਂਦੇ ਹੁੰਦੇ ਨੇ, ਤਾਂ ਉਹਨਾਂ ਨੇ ਮਾਹੌਲ ਨੂੰ ਪੋਲਰਾਈਜ਼ ਜਾਂ ਕਰਕੇ ਆਪਦੇ ਫੇਵਰ 'ਚ ਵਰਤਣਾ ਹੁੰਦਾ। ਵੀ ਤੁਸੀਂ ਦੇਖ ਲਓ ਵੀ ਅੱਜ ਜੋ ਕਾਂਗਰਸ ਦੇ ਆਗੂ ਨੇ, ਉਹ ਭਾਰਤ ਜੋੜੋ ਅਭਿਆਨ ਚਲਾ ਰਹੇ ਨੇ, ਹੈ ਨਾ, ਪੂਰੇ ਦੇਸ਼ 'ਚ ਜਾ ਰਹੇ ਨੇ। ਤੇ ਇੱਥੋਂ ਜਦੋਂ ਕਾਂਗਰਸ ਦੇ ਪ੍ਰਧਾਨ ਦੀ ਜਿਹੜੀ ਹੁੰਦੀ ਹੈ ਸਵੇਰਿੰਗ ਇਨ ਸੈਰੇਮਨੀ ਹੁੰਦੀ ਹੈ, ਤੇ ਉਸ ਦੇ ਵਿੱਚ ਜੋ ਜਗਦੀਸ਼ ਟਾਈਟਲਰ ਹੈ ਜੋ ਮੁੱਖ ਦੋਸ਼ੀ ਰਿਹਾ, ਤੇ ਉੱਥੇ ਮੌਜੂਦ ਹੁੰਦਾ। ਤੇ ਐਂ ਤੁਸੀਂ ਕਿਵੇਂ ਸਿੱਖ ਕੌਮ ਨੂੰ ਕਿਵੇਂ ਜੋੜ ਲਓਗੇ ਆਪਦੇ ਨਾਲ? ਤੁਸੀਂ ਤਾਂ ਸਾਡੇ ਜੋ ਹਿਰਦੇ ਵਲੂੰਦਰਨ ਵਾਲੀ ਜੋ ਗੱਲ ਹੈ, ਤੁਹਾਨੂੰ ਲੱਗਦਾ ਵੀ ਕਿਉਂਕਿ ਕਈ ਵਾਰ ਜਿਹੜਾ ਹੈਗਾ ਇਸ ਤਰ੍ਹਾਂ ਦਾ, ਜਿੱਦਾਂ ਸਰਦਾਰ ਮਨਮੋਹਨ ਸਿੰਘ ਤੋਂ ਕਾਂਗਰਸ ਨੇ ਮਾਫੀ ਮੰਗਵਾਤੀ ਸੀ, ਹਾਲਾਂਕਿ ਸਿੱਖਾਂ ਨਾਲ ਹੀ ਹੋਇਆ ਧੱਕਾ, ਸਿੱਖਾਂ ਤੋਂ ਮੰਗਾਤੀ ਮਾਫੀ,
ਤਾਂ ਮਨਮੋਹਨ ਸਿੰਘ ਤੋਂ ਮਾਫੀ ਮੰਗਾਤੀ ਵੀ ਸਾਡੇ ਰਾਜ 'ਚ ਇਹ ਕੁਛ ਹੋਇਆ ਸੀ, ਕਤਲੇਆਮ ਦੀ ਮਾਫੀ ਕਦੀ ਐਡੇ ਵੱਡੇ ਗੁਨਾਹ ਦੀ ਬੰਦਾ ਤੁਹਾਡਾ ਪਰਿਵਾਰ ਮਾਰ ਕੇ ਮੈਂ ਕਹਾਂ ਸੌਰੀ ਗਲਤੀ ਹੋ ਗਈ, ਇਹ ਕਿੱਦਾਂ ਪੋਸੀਬਲ ਆ? ਤਾਂ ਅਜੇ ਵੀ ਜਿਹੜੀ ਕਾਂਗਰਸ ਪਾਰਟੀ ਹੈਗੀ ਆ ਆਪਣੀ ਜਦੋਂ ਵੱਡੇ ਸਮਾਗਮ ਕਰਦੀ ਹੈ, ਟਾਈਟਲ ਜਿਹੜਾ ਅਨੇਕਾਂ ਸਿੱਖਾਂ ਦਾ ਕਾਤਲ ਹੈ, ਭੀੜ ਨੂੰ ਉਕਸਾਉਣ ਵਾਲਾ ਹੈ, ਉਹ ਉਹਨਾਂ ਦੀ ਸਟੇਜ ਦੇ ਉੱਤੇ ਬੈਠਦਾ। ਤਾਂ ਇਸ ਤਰ੍ਹਾਂ ਦੇ ਗੁਨਾਹਗਰ ਪਰਚਾ ਦਰਜ ਆ ਉਸ ਬੰਦੇ ਦੇ ਉੱਤੇ। ਨਹੀਂ ਬਿਲਕੁਲ ਸਹੀ ਗੱਲ ਹੈ। ਜੋ ਨਾ ਇੰਡੀਅਨ ਸਟੇਟ ਹੈ ਉਹ ਕੀ ਹੈ, ਜਿਹੜੇ ਕੁਛ ਮੈਂ ਕਹੂੰਗਾ ਆਪਣੇ ਭੋਲੇ ਭਾਲੇ ਸਿੱਖ ਨੇ ਉਹਨਾਂ ਨੂੰ ਵਰਗਲਾਉਂਦੀ ਹੈ ਇਹ ਆ ਕੇ ਵੀ ਤੁਹਾਡਾ ਬੰਦਾ ਮੁੱਖ ਮੰਤਰੀ ਬਣ ਗਿਆ, ਤੁਹਾਡਾ ਬੰਦਾ ਰਾਸ਼ਟਰਪਤੀ ਬਣ ਗਿਆ, ਤੁਹਾਡਾ ਬੰਦਾ ਪ੍ਰਧਾਨ ਮੰਤਰੀ ਬਣ ਗਿਆ, ਤੁਹਾਨੂੰ ਇਹਦੇ ਉੱਪਰ ਚਾਹੀਦਾ ਕੀ ਹੈ? ਤੁਸੀਂ ਦੇਖ ਲਓ ਵੀ ਇਹੀ ਉਦੋਂ ਗਿਆਨੀ ਜੈਲ ਸਿੰਘ ਰਾਸ਼ਟਰਪਤੀ ਸੀ। ਐਸ ਪਰ ਦੀ ਕਨਸਟੀਟਿਊਸ਼ਨ ਰਾਸ਼ਟਰਪਤੀ ਤੋਂ ਤਾਕਤਵਰ ਕੋਈ ਬੰਦਾ ਨਹੀਂ ਹੁੰਦਾ ਦੇਸ਼ ਦੇ ਵਿੱਚ। ਤੇ ਉਸਦੇ ਜਿਹੜਾ ਬਾਡੀਗਾਰਡ ਸੀ ਰਾਸ਼ਟਰਪਤੀ ਜਦੋਂ ਏਮਸ ਹਸਪਤਾਲ ਗਿਆ ਉਹ ਇੰਦਰਾ ਗਾਂਧੀ ਨੂੰ ਦੇਖਣ, ਉਹਦੇ ਬਾਡੀਗਾਰਡ ਤੇ ਪਹਿਲਾ ਹਮਲਾ ਹੋਇਆ ਸੀ ਉਸ ਸਮੇਂ 1984 ਨਵੰਬਰ ਦਾ ਵਿੱਚ। ਉਹਦੀ ਨੱਕ ਦੇ ਥੱਲੇ ਤੁਸੀਂ ਦੇਖ ਲਓ ਐਡਾ ਵੱਡਾ ਜੋ ਘੱਲੂਘਾਰਾ ਹੋਇਆ, ਨਸਲਕੁਸ਼ੀ ਹੋਈ ਸਿੱਖਾਂ ਦੀ ਨਵੰਬਰ ਦੇ ਵਿੱਚ। ਤੇ ਉਸੇ ਜੋ ਸਿੱਖ ਮੁੱਖ ਮੰਤਰੀ ਬਣਾ ਕੇ ਇੱਕ ਪਪੇਟ ਬਣਾ ਕੇ ਉਸੇ ਤੋਂ ਮਾਫੀ ਮੰਗਵਾਤੀ। ਫਿਰ ਜਗਦੀਸ਼ ਟਾਈਟਲ ਨੂੰ ਉੱਥੇ ਭਾਉਂਦੇ ਨੇ। ਉਹ ਸਿੱਖ ਮੁੱਖ ਮੰਤਰੀ ਸੀ ਪੰਜਾਬ ਦੇ, ਜੋ ਸਿੱਖ ਨੌਜਵਾਨਾਂ ਦੇ ਫੇਕ ਐਨਕਾਊਂਟਰ ਬਣੇ। ਸਿੱਖ ਮੁੱਖ ਮੰਤਰੀ ਸੀ ਜਦੋਂ ਫੌਜ ਹਰਮੰਦਰ ਸਾਹਿਬ ਤੇ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ ਗਿਆ। ਤਾਂ ਤੁਸੀਂ ਦੇਖ ਲਓ ਵੀ ਇੱਕ ਮੈਂ ਕਹੂੰਗਾ ਇੱਕ ਨਾ ਇਹ ਤੁਹਾਡੇ ਜੋ ਸਾਹਮਣੇ ਇੱਕ ਪਰਛਾਵਾਂ ਜਿਹਾ ਬਣਾਉਂਦੇ ਨੇ, ਤੁਹਾਨੂੰ ਜੋ ਵਰਗਲਾਉਣ ਦੀ ਕੋਸ਼ਿਸ਼ ਕਰਦੇ ਨੇ, ਕਨਫਿਊਜ਼ ਕਰਦੇ ਨੇ। ਇਹ ਇਹਨਾਂ ਦੀ ਪਾਲਿਸੀ ਹੁੰਦੀ ਹੈ ਡੀਜੀਪੀ ਸਿੱਖ ਲਾਓ, ਉਸ ਡੀਜੀਪੀ ਗਿੱਲ ਤੋਂ ਪੀਪੀਐਸ ਗਿੱਲ ਤੋਂ ਸਿੱਖ ਨੌਜਵਾਨ ਮਰਵਾਓ, ਤਾਂ ਕਿ ਜੋ ਸਿੱਖ ਕਦੇ ਇੰਡੀਅਨ ਸਟੇਟ ਦੇ ਤੱਕ ਪਹੁੰਚੇ ਹੀ ਨਾ, ਸਿੱਖ ਦੂਜਿਆਂ ਤੱਕ, ਦੂਜੀਆਂ ਕੌਮਾਂ ਤੇ ਜਿਨ੍ਹਾਂ ਨੇ ਜੋ ਪਿੱਛੇ ਰਹਿ ਕੇ ਕੰਮ ਕਰਦੇ ਨੇ ਉਹਨਾਂ ਤੱਕ ਨਾ ਪਹੁੰਚੇ, ਤੇ ਸਿੱਖ ਨੂੰ ਹੀ ਗਾਲਾਂ ਕੱਢਦਾ ਰਹੇ, ਹੈ ਨਾ ਜੀ। ਤੇ ਹੁਣ ਇੱਕ ਪ੍ਰਧਾਨ ਮੰਤਰੀ ਤੋਂ ਜੇ ਮਾਫੀ ਮੰਗਾਉਣਾ ਚਾਹੁੰਦੇ ਤਾਂ ਉਦੋਂ ਮੰਗਾ ਲੈਂਦੇ। ਇਹਨਾਂ ਦੇ ਕਿੰਨੇ ਮੁੱਖ ਮੰਤਰੀ ਬਣੇ ਨੇ 1990 ਤੋਂ ਬਾਅਦ, 90 ਤੋਂ ਲੈ ਕੇ, ਉਸ ਤੋਂ ਪਹਿਲਾਂ ਬਣੇ ਨੇ। ਰਾਜੀਵ ਗਾਂਧੀ ਤੋਂ ਬਾਅਦ ਚੋਂ ਕਿੰਨੇ ਬਣੇ ਨੇ, ਉਹਨਾਂ ਨੇ ਕਿਸੇ ਨੇ ਮਾਫੀ ਨਹੀਂ ਮੰਗੀ। ਇੱਕ ਸਿੱਖ ਬਣਿਆ ਤਾਂ ਮਾਫੀ ਮੰਗੀ। ਤੇ ਜਿਹੜੀ ਦੂਜੀਆਂ ਪਾਰਟੀਆਂ ਨੇ, ਗੁਜਰਾਤ ਦੰਗਿਆਂ ਵਿੱਚ ਕਿਹਨੂੰ ਇਨਸਾਫ ਮਿਲ ਗਿਆ? ਤਾਂ ਇਸ ਦਾ ਮੇਰੇ ਹਿਸਾਬ ਨਾਲ ਇਹੀ ਹੈ, ਇਤਿਹਾਸ ਦਾ ਕੋਈ ਪੰਨਾ ਚੁੱਕ ਕੇ ਦੇਖ ਲਓ, ਕਿਸੇ ਮਰਜ਼ੀ ਕੌਮ ਦੀ ਦਸ਼ਾ ਚੁੱਕ ਕੇ ਦੇਖ ਲਓ, ਚਾਹੇ ਯਹੂਦੀ ਹੋਣ ਚਾਹੇ ਉਹ ਪਾਰਸੀ ਹੋਣ, ਜਦੋਂ ਤੱਕ ਕੋਈ ਕੌਮ ਗੁਲਾਮ ਹੈ ਉਦੋਂ ਤੱਕ ਉਹਦੀ ਨਸਲਕੁਸ਼ੀ ਨਹੀਂ ਰੁਕੇਗੀ। ਜਦੋਂ ਤੱਕ ਅਸੀਂ ਟੇਬਲ ਟਾਕ ਦੇ ਦੇਸ਼ਾਂ ਦੀ ਅਸੈਂਬਲੀ ਦੇ ਵਿੱਚ, ਮੁਲਕਾਂ ਦੀ ਅਸੈਂਬਲੀ ਦੇ ਵਿੱਚ ਬਹਿ ਕੇ ਆਪਦੀ ਕੌਮ ਦੀ ਗੱਲ ਨਹੀਂ ਕਰਦੇ, ਦੂਜੇ ਦੇਸ਼ਾਂ ਨੂੰ ਨਹੀਂ ਫੋਰਸ ਕਰਨ ਜੋਗੇ ਬਣਦੇ ਵੀ ਇੱਕ ਟਰੁੱਥ ਕਮਿਸ਼ਨ ਬਣਾਓ, ਉਦੋਂ ਤੱਕ ਜੋ ਮਰਜ਼ੀ ਕਰੀ ਚਲੋ, ਹੋਣਾ ਕੁਝ ਵੀ ਨਹੀਂ। ਪਰ ਸਾਨੂੰ ਜੋ ਹੀਲੇ ਨੇ ਇਹ ਸਾਡੇ ਕਰਦੇ ਰਹਿਣਾ ਚਾਹੁੰਦੇ ਨੇ, ਕਿਉਂਕਿ ਆਖਿਰ ਜੋ ਸਿੱਖ ਕੌਮ ਦੀ ਜੋ ਬਣਤਰ ਹੀ ਜੂਝਣ ਲਈ ਹੋਈ ਹੈ, ਚਾਹੇ ਪਹਿਲਾਂ ਜੰਗ ਦੇ ਮੈਦਾਨ ਹੁੰਦੇ ਸੀ, ਚਾਹੇ ਪਹਿਲਾਂ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਵਰਗੇ ਹੁੰਦੇ ਸੀ, ਚਾਹੇ ਜੱਸਾ ਸਿੰਘ ਆਹਲੂਵਾਲੀਆ ਵਰਗੇ ਸੀ, ਤੇ ਚਾਹੇ ਨਵਾਬ ਕਪੂਰ ਸਿੰਘ ਵਰਗੇ, ਸਾਰੇ ਸੀ ਅਸੀਂ ਜੂਝੇ ਮੈਦਾਨ ਦੇ ਵਿੱਚ। ਆ ਜਿਹੜੇ ਬੈਟਲ ਫੀਲਡ ਨੇ, ਜਿਹੜੇ ਜੰਗ ਦੇ ਮੈਦਾਨ ਨੇ, ਉਹ ਬਦਲ ਚੁੱਕੇ ਨੇ, ਉਹ ਕੋਰਟ ਕਚਹਿਰੀ ਨੇ, ਉਹ ਜਿਹੜੀਆਂ ਅਸੈਂਬਲੀਆਂ ਨੇ ਜਿੱਥੇ ਬਹਿਸ ਹੁੰਦੀ ਹੈ। ਤਾਂ ਕਲਮ ਪਹਿਲਾਂ ਵੀ ਜ਼ਰੂਰੀ ਸੀ, ਕਲਮ ਅੱਜ ਵੀ ਜ਼ਰੂਰੀ ਹੈ, ਕਿਰਪਾਨ ਪਹਿਲਾਂ ਵੀ ਜ਼ਰੂਰੀ ਸੀ, ਕਿਰਪਾਨ ਅੱਜ ਵੀ ਜ਼ਰੂਰੀ ਹੈ। ਇਹ ਜਦੋਂ ਤੋਂ ਇਹ ਧੁਰਦਰਗਾਹ ਹੋਈ, ਇਹ ਜੋ ਲਿਖ ਕੇ ਆਈ ਹੈ, ਜੋ ਮਾਨਵ ਕੌਮ ਦੇ, ਮੈਂ ਕਹੂੰਗਾ ਇਨਸਾਨਾਂ ਦੇ, ਇਹ ਸਮੇਂ ਤੋਂ ਜਿਹੜੀਆਂ ਕੌਮਾਂ ਤੇ ਜਿਹੜੀਆਂ ਕਲਮਾਂ ਦੇ ਮੈਂ ਕਹੂੰਗਾ ਰੂਪ ਬਦਲਦੇ ਰਹਿੰਦੇ ਨੇ। ਤੇ ਸਾਨੂੰ ਜੋ ਸਭ ਤੋਂ ਪਹਿਲਾਂ ਮਿਲਦਾ ਪ੍ਰਚਾਰ ਕਰਨਾ ਚਾਹੀਦਾ, ਅੱਜ ਜੋ ਸੋਸ਼ਲ ਮੀਡੀਆ ਥਰੂ, ਕਿਸੇ ਮੀਡੀਆ ਥਰੂ ਸਿੱਖਾਂ ਨੂੰ ਯਕੀਨ ਦਿਵਾਉਣਾ ਚਾਹੀਦਾ ਵੀ ਕਿਸੇ ਪਾਰਟੀ ਨੇ ਨਹੀਂ ਕੀਤਾ। ਇਹ ਜੋ ਹਿੰਦੂਤਵਾਦੀ ਸੋਚ ਹੈ, ਚਾਹੇ ਕਾਂਗਰਸ ਦੀ ਸੋਚ ਹੈ ਮਾੜੀ ਪੋਲੀ ਹੈ, ਭਾਜਪਾ ਦੀ ਸੋਚ ਮਾੜੀ ਜੀ ਸਖਤ ਹੈ ਨਾ ਜੀ। ਕਾਂਗਰਸ ਜਿਹੜੀ ਹੈਗੀ ਉਹ ਰਾਤ ਨੂੰ ਲੋਕੇ ਵਾਰ ਕਰਦੀ ਹੈ, ਜਿਹੜੀ ਭਾਜਪਾ ਉਹ ਦਿਨੇ ਦੁਪਹਿਰੇ ਵਾਰ ਕਰਦੀ ਹੈ, ਸਿੱਧਾ ਵਾਰ ਕਰਦੀ ਹੈ ਨਾ, ਵਾਰ ਦੋਨੋਂ ਹੀ ਕਰਦੀਆਂ, ਸਿੱਖਾਂ ਤੇ ਕਰਦੇ ਨੇ। ਤੇ ਸਾਨੂੰ ਇਸ ਚੀਜ਼ ਨੂੰ ਮਨੋਂ ਵਿਸਾਰਨਾ ਨਹੀਂ ਚਾਹੀਦਾ ਜੀ। ਮੈਂ ਜਾਂਦੇ ਪੁੱਛਣਾ ਚਾਹੁੰਦਾ, ਕਿਉਂਕਿ ਇਸ ਵਕਤ ਭਾਰਤ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਦੋਹਰੀ ਸਰਕਾਰ ਲਗਾਤਾਰ ਬਣੀ ਹੈ। ਇਹ ਤੋਂ ਪਹਿਲਾਂ ਲਗਾਤਾਰ 2 ਵਾਰ ਕਾਂਗਰਸ ਵੀ ਰਾਜ ਕਰ ਗਈ ਹੈ। ਤਾਂ ਮੋਦੀ ਕਹਿੰਦੇ ਆ ਡਿਜੀਟਲ ਇੰਡੀਆ ਬਹੁਤ ਅੱਗੇ ਜਾ ਚੁੱਕਿਆ ਹੈ, ਇੱਥੇ ਸਭ ਲਈ ਇਨਸਾਫ ਹੈ ਨਾ, ਸਭ ਕਾ ਵਿਸ਼ਵਾਸ, ਸਭ ਕਾ ਵਿਕਾਸ, ਲੱਲਾ ਭੱਬਾ ਇੱਦਾਂ ਕਾਫੀ ਗੱਲਾਂ ਕਰਦੇ ਆ। ਤਾਂ ਦਿੱਲੀ ਜਿਹੜੀ ਰਾਜਧਾਨੀ ਭਾਰਤ ਦੀ, ਉੱਥੇ ਇੱਕ ਕਲੋਨੀ ਵਸੀ ਹੋਈ ਜਿਹਦਾ ਨਾਮ ਹੀ ਵਿਧਵਾ ਕਲੋਨੀ ਹੈ। ਕਲੋਨੀਆਂ ਦੇ ਨਾਮ ਹੁੰਦੇ ਨਾ, ਜਿੱਦਾਂ ਪੰਜਾਬੀ ਕਲੋਨੀ, ਹਿੰਦੂ ਕਲੋਨੀ, ਮਰਾਠਾ ਕਲੋਨੀ, ਜਾਂ ਭੁੱਲਰ ਕਲੋਨੀ, ਸੰਧੂ ਕਲੋਨੀ ਵਗੈਰਾ, ਲੋਕਾਂ ਨੇ ਆਪਣੀ ਪਹਿਚਾਣ ਦੇ ਨਾਂ 'ਤੇ ਨਾਮ ਬਣਾਏ ਹੋਏ। ਭਾਰਤ ਦੀ ਰਾਜਧਾਨੀ ਦੇ ਵਿੱਚ ਇੱਕ ਕਲੋਨੀ ਵਸ ਚੁੱਕੀ ਹੈ ਜਿਹਦਾ ਨਾਮ ਹੈ ਵਿਧਵਾ ਕਲੋਨੀ। 1984 ਦੇ ਜਿਹੜੀਆਂ ਸਾਡੀਆਂ ਮਾਤਾਵਾਂ, ਸਾਡੀਆਂ ਭੈਣਾਂ ਸਿੱਖਾਂ ਦੀਆਂ ਜਿਹੜੀਆਂ ਵਿਧਵਾ ਹੋ ਗਈਆਂ, ਜਿਨ੍ਹਾਂ ਦੇ ਪਤੀਆਂ ਦੇ ਉਦੋਂ ਗਲਾਂ ਦੇ ਵਿੱਚ ਟਾਇਰ ਪਾ ਦਿੱਤੇ ਗਏ। ਤਾਂ ਇੱਕ ਭਾਰਤੀ ਨਿਆਂਤੰਤਰ ਵਾਸਤੇ, ਇਹਨਾਂ ਲੀਡਰਾਂ ਵਾਸਤੇ, ਇਹਨਾਂ ਪੂਰੇ ਤੋਂ ਪੂਰੇ ਢਾਂਚੇ ਵਾਸਤੇ ਕਿੰਨੀ ਕੁ ਸ਼ਰਮਨਾਕ ਗੱਲ ਹੈ ਵੀ ਅਜੇ ਤੱਕ ਉਹਨਾਂ ਨੂੰ ਇਨਸਾਫ ਹੀ ਨਹੀਂ ਮਿਲਿਆ, ਤਾਂ ਕਿ ਉਹ ਕਾਨੂੰਨੀ ਦਾ ਨਾਮ ਉਹ ਕਹਿਣ ਵੀ ਬੇਸ਼ੱਕ ਅਸੀਂ ਵਿਧਵਾ ਹੋ ਗਈਆਂ, ਸਾਨੂੰ ਕਰਤਾ ਸਿਸਟਮ ਨੇ, ਇਹਨਾਂ ਦੇ ਕਾਤਲਾਂ ਨੇ ਸਾਨੂੰ ਕਰ ਦਿੱਤਾ, ਪਰ ਸਾਨੂੰ ਇਸ ਗੱਲ ਦਾ ਠੀਕ ਹੈ ਧਰਵਾਸਾ ਤੇ ਹੈ ਵੀ ਤੁਸੀਂ ਉਹਨਾਂ ਕਾਤਲਾਂ ਨੂੰ ਸਜ਼ਾ ਦੇ ਦਿੱਤੀ। ਉਹ ਕਾਤਲ ਕਾਂਗਰਸ ਦੀਆਂ ਵੱਡੀਆਂ ਰੈਲੀਆਂ ਦੇ ਵਿੱਚ ਅਗਵਾਈਆਂ ਕਰਦੇ ਫਿਰਦੇ। ਨਹੀਂ ਜਸਵੀਰ ਜੀ, ਇੱਥੇ ਨਾ ਜੀ
ਇਹ ਸ਼ਾਇਦ ਕੁਝ ਕੁ ਲੋਕਾਂ ਨੂੰ ਲੱਗਦਾ ਹੈ ਵੀ ਉਹ ਜੋ ਵਿਧਵਾ ਕਲੋਨੀ ਹੈ ਨਾ ਜੀ, ਉਹ ਇੱਕ ਧੱਬਾ ਹੈ ਸਰਕਾਰ ਦੇ ਉੱਪਰ। ਉਹ ਧੱਬਾ ਨਹੀਂ, ਉਹ ਸਰਕਾਰ ਦਾ ਇੱਕ ਮੈਡਲ ਹੈ। ਉਹ ਮੈਡਲ ਕਿਸ ਚੀਜ਼ ਦਾ? ਵੀ ਜੇ ਸਿੱਖ ਤੁਸੀਂ ਕੁਝ ਕਰੋਗੇ ਨਾ ਤੇ ਤੁਹਾਡੀਆਂ ਇਹੋ ਜਿਹੀਆਂ ਕਲੋਨੀਆਂ ਬਣਾ ਦਾਂਗੇ, ਤੁਹਾਡੀਆਂ ਔਰਤਾਂ ਨੂੰ ਵਿਧਵਾ ਕਰ ਦਾਂਗੇ। ਤੁਸੀਂ ਲਾ ਲਓ ਭਲਾ ਦੀ ਜੋ ਜ਼ਕਰੀਆ ਖਾਨ ਸੀ ਜਿਹੜਾ, ਉਹ ਸਿੱਖਾਂ ਦੇ ਸਿਰ ਵੱਢ ਕੇ ਟੰਗਦਾ ਹੁੰਦਾ। ਕਿਉਂ ਟੰਗਦਾ ਹੁੰਦਾ ਸੀ? ਉਹ ਇਸ ਕਰਕੇ ਟੰਗਦਾ ਸੀ ਉਹਨੂੰ ਡਰਾ ਕੇ ਰੱਖਣਾ। ਤਾਂ ਉਹ ਸਾਡੇ ਜਿਵੇਂ ਸਿਰ ਜ਼ਕਰੀਆ ਖਾਨ ਟੰਗਦਾ ਸੀ ਨਾ, ਉਵੇਂ ਇਹ ਜਿਹੜੀ ਸਰਕਾਰ ਨੇ, ਹਿੰਦੂਤਵਾਦੀ ਸਰਕਾਰ ਨੇ, ਇਹਨੇ ਕਲੋਨੀ ਬਣਾਈ ਹੈ ਤੁਹਾਨੂੰ ਡਰਾਉਣ ਦੇ ਲਈ ਵੀ ਜੇ ਤੁਸੀਂ ਫੰਗ ਆਪਦੇ ਖਿਲਾਰੋਗੇ, ਕੌਮੀ ਘਰ ਦੀ ਗੱਲ ਕਰਾਂਗੇ, ਹਰੇਕ ਸ਼ਹਿਰ ਥੋੜੀਆਂ ਅਜਿਹੀਆਂ ਕਲੋਨੀਆਂ ਬਣਾ ਦਾਂਗੇ। ਜੇ ਸਰਕਾਰ ਨਹੀਂ ਚਾਹਵੇ ਤਾਂ ਕੀ ਹੋ ਜਾਵੇ? ਜੋ ਪੁਰਾਣੇ ਸਮੇਂ ਧਾੜਵੀ ਹਮਲਾ ਕਰਦੇ ਸੀ ਨਾ ਕਿਸੇ ਸ਼ਹਿਰ ਦੇ ਉੱਪਰ, ਚਾਹੇ ਲਾਹੌਰ ਚਾਹੇ ਦਿੱਲੀ ਦੇ ਉੱਪਰ, ਤਾਂ ਉਹ ਸਭ ਤੋਂ ਪਹਿਲੇ ਜਿਹੜੇ ਸ਼ਹਿਰ ਦੇ ਮੋਹਤਵਾਰ ਬੰਦੇ ਹੁੰਦੇ ਸੀ ਉਹਨਾਂ ਨੂੰ ਮਾਰਦੇ ਹੁੰਦੇ ਸੀ, ਤਾਂ ਕਿ ਡਰ ਬੈਠ ਜੇ ਬਾਕੀ ਲੋਕਾਂ ਦੇ ਵਿੱਚ, ਤਾਂ ਕਿ ਉਹ ਜੋ ਬਗਾਵਤ ਕਰਨ ਦੀ ਹਿੰਮਤ ਹੀ ਨਾ ਰੱਖਣ। ਤਾਂ ਤੁਸੀਂ ਦੇਖ ਲਓ ਜਦੋਂ ਇੱਕ ਸਿੱਖ ਜਿਹੜਾ ਖਿਡਾਰੀ ਹੈ ਉਹਨੂੰ ਤੁਸੀਂ ਦੇਖ ਲਓ, ਜਦੋਂ ਉਸ ਤੋਂ ਕਹਿ ਛੁੱਟ ਗਿਆ ਤਾਂ ਬੜੀ ਜ਼ਿਆਦਾ ਉਹਨੂੰ ਦੁਹਾਈ ਪਾਈ ਗਈ। ਤਾਂ ਉੱਥੇ ਕਾਫੀ ਟਵਿੱਟਰ ਤੇ ਮੈਂ ਦੇਖ ਰਿਹਾ ਸੀ ਕੁਝ ਲੋਕ ਟਵੀਟ ਕਰ ਰਹੇ ਸੀ ਵੀ ਇਹ ਵਿਧਵਾ ਕਲੋਨੀ ਵਾਲੇ। ਉਸ ਤੋਂ ਬਾਅਦ ਚੋਂ ਇੱਕ ਭਾਜਪਾ ਵਾਲੇ ਲੀਡਰ ਨੇ ਰੈਲੀ ਕੱਢੀ ਤੇ ਉਹ ਕਿਹਾ ਤਿਰੰਗਾ ਲਾ ਕੇ, ਤੇ ਉਸ ਤੋਂ ਕਹਿ ਰਹੇ ਸੀ ਵੀ ਆ ਜਿਹੜਾ ਵਿਧਵਾ ਕਲੋਨੀ ਵਾਲੇ ਅੱਜ ਤਿਰੰਗੀਆਂ ਮਾਰਚ ਕਰ ਰਹੇ ਨੇ ਝੰਡਿਆਂ ਦੇ ਨਾਲ, ਇਹਨਾਂ ਨੂੰ ਵਿਧਵਾ ਕਲੋਨੀ ਭੁੱਲ ਗਈ। ਤੇ ਅੱਜ ਉਹ ਜਿਹੜੇ ਮੋਟਰਸਾਈਕਲਾਂ ਤੇ ਰੈਲੀ ਕਰ ਰਹੇ ਸੀ, ਕੁਝ ਲੋਕ ਟਵੀਟ ਕਰ ਰਹੇ ਸੀ ਵੀ ਦੇਖੋ ਜਿਹੜੇ ਟਾਇਰ ਨੇ ਅੱਜ ਵੀ ਚੱਲ ਰਹੇ ਨੇ, 1984 ਵਾਲੇ ਟਾਇਰ ਚੱਲ ਰਹੇ ਨੇ ਅੱਜ। ਤਾਂ ਇਹ ਦੇਖ ਲਓ, ਇਹ ਕੋਈ ਧੱਬਾ ਨਹੀਂ ਹੈ, ਇਹ ਇੱਕ ਸਾਜ਼ਿਸ਼ ਨਹੀਂ, ਇੱਕ ਖੁੱਲੀ ਚੁਣੌਤੀ ਹੈ ਤੁਹਾਨੂੰ ਵੀ। ਇਹ ਜੇ ਆਪਦੀ ਕੌਮੀ ਘਰ ਦੀ ਗੱਲ ਕਰੋਗੇ, ਹਿੱਤਾਂ ਦੀ ਗੱਲ ਕਰੋਗੇ, ਤੁਹਾਡੀਆਂ ਵਿਧਵਾ ਕਲੋਨੀਆਂ ਬਣਨਗੀਆਂ। ਤਾਂ ਉਹ ਧੱਬਾ ਨਾ ਲਿਆ ਜਾਵੇ, ਉਹ ਇੱਕ ਸਾਨੂੰ ਸਿੱਖਾਂ ਨੂੰ ਡਰਾਉਣ ਦਾ ਇੱਕ ਪ੍ਰਤੀਕ ਹੈ ਜੀ। ਉਹ ਮੈਂ ਪਹਿਲਾਂ ਵੀ ਗੱਲ ਕੀਤੀ ਸੀ, ਕਿਸਾਨ ਸੰਘਰਸ਼ ਤੋਂ ਬਾਅਦ ਮੋਦੀ ਮਨ ਕੀ ਬਾਤ 'ਚ ਉਹਨਾਂ ਕਿਹਾ ਵੀ ਸਿੱਖਾਂ ਨਾਲ ਹੀ ਭਾਰਤ ਹੈ। ਜੇ ਸਿੱਖਾਂ ਨਾਲ ਹੀ ਭਾਰਤ ਹੈ, ਫਿਰ ਸਿੱਖਾਂ ਨੂੰ ਇਨਸਾਫ ਕਿਉਂ ਨਹੀਂ ਦਿੱਤਾ ਜਾਂਦਾ? ਸਿੱਖਾਂ ਦੇ ਮਨਾਂ ਦੇ ਵਿੱਚ, ਸਿੱਖਾਂ ਦੇ ਮੁੰਡਿਆਂ ਧੀਆਂ ਪੁੱਤਾਂ ਦੇ ਮਨਾਂ ਦੇ ਵਿੱਚ ਇੱਕ ਬੇਭਰੋਸਗੀ ਹੈ ਨਾ। 38 ਸਾਲ ਹੋ ਗਏ, ਕਿਸੇ ਦਾ ਪਿਤਾ ਦਾ ਕਤਲ ਹੋਇਆ, ਕਿਸੇ ਔਰਤ ਦੇ ਪਤੀ ਨੂੰ ਉਹਦੀਆਂ ਅੱਖਾਂ ਦੇ ਸਾਹਮਣੇ ਮਾਰਿਆ ਗਿਆ। ਅਸੀਂ ਇੰਟਰਵਿਊ 2019 ਦੇ ਵਿੱਚ ਅਸੀਂ ਨਵੰਬਰ 84 ਕਤਲੇਆਮ ਜਿਹੜੇ ਪੀੜਤ ਆ, ਘੱਟੋ ਘੱਟ 10-15 ਪਰਿਵਾਰਾਂ ਨੂੰ ਮਿਲੇ। ਉਹ ਰੋਂਦੇ ਆ। ਇੱਕ ਮੁੰਡਾ ਸੀ ਨੌਜਵਾਨ, ਉਹ ਕਹਿੰਦਾ ਵੀ ਮੇਰੇ ਸਾਹਮਣੇ ਮੇਰੇ ਬਾਪੂ ਨੂੰ ਤੰਦੂਰ 'ਚ ਪਤਾ, ਉਦੋਂ ਦੀ ਉਮਰ 7 ਸਾਲ ਹੋਣੀ, ਹੁਣ ਵੱਡੀ ਉਮਰ ਦਾ ਹੈ ਨਾ। ਤਾਂ ਉਹਨਾਂ ਦੇ ਮਨਾਂ ਦੇ ਵਿੱਚ ਇਹ ਭਾਰਤੀ ਨਿਆਂਪਾਲਿਕਾ ਪ੍ਰਤੀ, ਭਾਰਤੀ ਨਿਆਂਤੰਤਰ ਪ੍ਰਤੀ, ਢਾਂਚੇ ਪ੍ਰਤੀ ਕਿੰਨਾ ਕੁ ਭਰੋਸਾ ਪੈਦਾ ਹੋ ਸਕਦਾ? ਕਿਹੜਾ ਭਰੋਸਾ ਰਹਿ ਜਾਊਗਾ? ਕੀ ਵਿਸ਼ਵਾਸ ਰਹਿ ਜਾਊਗਾ ਜਦੋਂ ਇਹ ਕਹਿੰਦੇ ਵੀ ਇਸ ਤਰ੍ਹਾਂ ਸਾਡੇ ਇਸ ਝੰਡੇ ਨੂੰ ਸਲੂਟ ਕਰੋ ਤੁਸੀਂ, ਇਹ ਸਾਡਾ ਰਾਸ਼ਟਰੀ ਗੀਤ ਹੈ, ਜਦੋਂ ਇਹ ਚੱਲਿਆ ਗਿਆ ਤੁਸੀਂ ਉੱਠ ਕੇ ਖਲੋ ਜਾਓ। ਜਿਨ੍ਹਾਂ ਦੇ ਪਿਓ ਦੀਆਂ ਗਲਾਂ ਦੇ ਵਿੱਚ ਟਾਇਰ ਪਾਏ ਹੁਣ ਕਿੱਦਾਂ ਸਲੂਟ ਕਰ ਸਕਦੇ? ਕਿੱਦਾਂ ਉਹ ਭਾਰਤੀ ਨਿਆਂਪਾਲਿਕਾ ਦੇ ਉੱਤੇ ਭਰੋਸਾ ਕਰ ਸਕਦੇ? ਨਹੀਂ, ਤੁਸੀਂ ਦੇਖੋ ਜਿਹੜੇ ਮੋਦੀ ਕਹਿੰਦੇ ਵੀ ਸਿੱਖਾਂ ਨਾਲ ਹੀ ਭਾਰਤ ਹੈ, ਸਿੱਖ ਇਸ ਦੇਸ਼ ਦਾ ਅਟੁੱਟ ਹਿੱਸਾ ਹੈ, ਤਾਂ ਕਿੱਦਾਂ ਅਟੁੱਟ ਹਿੱਸਾ ਹੈਗੇ ਨੇ? ਕਿ ਗੱਲਾਂ ਬਾਤਾਂ ਨਾਲ ਹੀ ਨੇ? ਨਹੀਂ, ਸਿੱਖ ਨਾ ਉਹਨਾਂ ਦਾ, ਮੈਂ ਕਹੂੰਗਾ ਜਿਹੜਾ ਇਹਨਾਂ ਦਾ ਮਾਤਾ ਦਾ ਮਾਲ ਹੈ ਨਾ, ਜੈ ਭਾਰਤ ਮਾਤਾ ਕੀ ਜੈ ਕਹਿਣ ਵਾਲੇ ਜਿਹੜੇ ਸਿੱਖ ਨੇ, ਉਹ ਇਹਨਾਂ ਦੇ ਜੋ ਦੇਸ਼ ਦਾ ਹਿੱਸਾ ਨੇ, ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮੰਨਦੇ ਨੇ, ਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਂਦੇ ਨੇ, ਜੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਆਂਦੇ ਨੇ, ਉਹ ਇਹਨਾਂ ਦੇ ਜੋ ਮੈਂ ਕਹੂੰਗਾ ਦੇਸ਼ ਦਾ ਹਿੱਸਾ ਹੈ ਨਹੀਂਗੇ। ਤੁਸੀਂ ਦੇਖ ਲਓ ਜੋ ਪ੍ਰਧਾਨ ਮੰਤਰੀ ਮੋਦੀ ਨੇ, ਉਹ ਕੀ ਕਰਦੇ ਨੇ? ਉਹ ਕਾਫੀ ਜਿਹੜੇ ਇਹੋ ਜਿਹੇ ਪ੍ਰੋਗਰਾਮ ਰਚਦੇ ਨੇ ਜਿੱਥੇ ਡਰਾਮਾ ਕਰਦੇ ਨੇ, ਦਸਤਾਰ ਸਜਾਉਂਦੇ ਨੇ। ਉੱਥੇ ਆਸੇ ਪਾਸੇ ਜਿਹੜੇ ਦਿੱਲੀ ਦੀ ਦਲਾਲੀ ਕਰਨ ਵਾਲੇ ਸਿੱਖ ਨੇ, ਉਹ ਇਕੱਠੇ ਕਰ ਲੈਂਦੇ ਨੇ ਵੀ ਆ ਜਥੇ ਸਾਨੂੰ ਸਿੱਖ ਮਿਲਣ ਆਏ ਆ। ਜੇ ਪ੍ਰਧਾਨ ਮੰਤਰੀ ਮੋਦੀ ਨੂੰ ਇੰਨਾ ਹੀ ਸਿੱਖਾਂ ਦਾ ਹੇਜ ਆਉਂਦਾ ਹੈ, ਤਾਂ ਜਿਹੜਾ ਕਿ ਉਹ 295 AA ਜਿਹੜੇ ਕਿ ਬਿੱਲ ਗਏ ਨੇ ਪੰਜਾਬ ਸਰਕਾਰ ਦੇ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹੜੀ ਬੇਅਦਬੀ ਹੁੰਦੀ, ਉਮਰ ਕੈਦ ਦੀ ਸਜ਼ਾ ਕਰੋ। ਹੋਰ ਧਾਰਮਿਕ ਗ੍ਰੰਥਾਂ ਦੀ ਸ੍ਰੀਮਦ ਭਗਵਤ ਗੀਤਾ ਹੈ, ਹੋਲੀ ਕੁਰਾਨ ਹੈ, ਹੋਲੀ ਬਾਈਬਲ ਹੈ, ਉਹਨਾਂ ਦੀ ਸਜ਼ਾ ਤੁਸੀਂ ਉਮਰ ਕੈਦ ਕਰੋ ਪੰਜਾਬ 'ਚ। ਇਹ 2018 ਦੇ ਬਿੱਲ ਪੈਂਡਿੰਗ ਨੇ ਸੈਂਟਰ ਦੇ ਕੋਲ। ਤੇ ਤੁਸੀਂ ਦੇਖ ਲਓ, ਮੈਂ ਚਿੱਠੀਆਂ ਵੀ ਲਿਖੀਆਂ ਪ੍ਰਧਾਨ ਮੰਤਰੀ ਨੂੰ, ਰਾਸ਼ਟਰਪਤੀ ਨੂੰ, ਵੀ ਇਹ ਜਿਹੜੇ ਬਿੱਲ ਨੇ ਤੁਸੀਂ ਇਸ ਨੂੰ ਮਨਜ਼ੂਰੀ ਦਿਓ। ਮਾੜਾ ਕਿ ਇਹ ਸਾਰੇ ਧਰਮਾਂ ਦੀ ਬਰਾਬਰ ਰਿਸਪੈਕਟ ਤਾਂ ਕਰ ਰਹੇ ਨੇ ਬਿੱਲ। ਤੇ ਹਾਲਾਂਕਿ ਹੋਰ ਕੋਈ ਨਹੀਂ, ਉਹ ਸਿਰਫ ਔਰ ਸਿਰਫ ਜਿਹੜੇ ਉਹਨਾਂ ਦੇ ਨਾ ਉੱਥੇ ਨਾਗਪੁਰ ਜਾ ਕੇ ਸਿੱਖ ਐਂ ਖਲੋ ਜਾਂਦੇ ਨੇ ਤੇ ਆਂਦੇ ਨੇ ਵੀ ਅਸੀਂ ਹਿੰਦੂ ਧਰਮ ਦਾ ਹਿੱਸਾ ਹੈ ਨਾ ਜੀ। RSS ਦੇ ਉਹ ਸ਼ਾਖਾਵਾਂ ਲਾਉਂਦੇ ਨੇ ਸਿੱਖ, ਉਹੀ ਇਹਨਾਂ ਦੀ ਜੋ ਮੈਂ ਕਹੂੰਗਾ ਮਾਸਟਰ ਪਲਾਨ ਦੇ ਵਿੱਚ ਹਿੰਦੂ ਰਾਸ਼ਟਰ ਦੇ ਵਿੱਚ ਫਿੱਟ ਆਉਂਦੇ ਨੇ। ਜਿਹੜੇ ਸਿੱਖ ਜੋ ਆਪਦਾ ਇੱਕ ਅਲੱਗ ਦੇਸ਼ ਚਾਹੁੰਦੇ, ਉਹ ਇਹਨਾਂ ਦੇ ਫਿੱਟ ਹੀ ਨਹੀਂ ਆਉਂਦੇ। ਉਹਨਾਂ ਦਾ ਕਤਲੇਆਮ ਕਰਦੇ ਨੇ, NIA ਦੇ ਰੇਡਾਂ ਪਵਾਉਂਦੇ ਨੇ, UAPA ਦੇ ਅਧੀਨ ਤੁਸੀਂ ਦੇਖ ਲਓ ਕੈਦ ਕਰਦੇ ਨੇ। ਕਿੰਨੇ ਜ਼ਿਆਦਾ ਜੇ ਆਪਾਂ ਕਹੀਏ ਵੀ ਯਕੀਨ ਹੋਵੇ ਤਾਂ ਤੁਸੀਂ ਦੇਖ ਲਓ ਵੀ ਇੱਕ ਹੋਰ ਕੁਝ ਕੀਤਾ ਹੀ ਕੁਝ ਨਹੀਂ ਸਿੱਖ ਕੌਮ ਨੇ। ਸਿਰਫ ਔਰ ਸਿਰਫ ਜੋ ਲਾਲ ਕਿਲ੍ਹਾ ਜੋ ਇਸ ਸਮੇਂ ਇੱਕ ਪ੍ਰਾਈਵੇਟ ਫਰਮ ਕੋਲੇ ਉਹਨਾਂ ਦੇ ਕੋਲੇ ਗਿਰਵੀ ਪਿਆ, ਉਸ ਦੇ ਉੱਪਰ ਸਿਰਫ ਤਿਰੰਗੇ ਥੱਲੇ ਤੁਸੀਂ ਲਾ ਲਓ ਵੀ ਕੇਸਰੀ ਨਿਸ਼ਾਨ ਸਾਹਿਬ ਜੋ ਚਲਾਇਆ ਸੀ, ਉਸ ਦੇ ਉੱਪਰ ਨੌਜਵਾਨਾਂ ਦੇ ਉੱਪਰ, ਫਿਲਮੀ ਐਕਟਰਾਂ ਦੇ ਉੱਪਰ ਹੈ ਨਾ, ਭਾਈ ਦੀਪ ਸਿੰਘ ਸਿੱਧੂ ਦੇ ਉੱਪਰ ਜੋ UAPA ਦੇ ਤੁਸੀਂ ਲਾ ਲਓ ਪਰਚੇ ਪਾਏ ਗਏ।
ਤਾਂ ਇੱਥੇ ਨਿਆਂ ਦਾ ਹੈ ਕਿ ਜੋ ਸਟੇਟ ਮਸ਼ੀਨਰੀ ਸਾਡੇ ਉਲਟ ਕੰਮ ਕਰ ਰਹੀ ਹੈ, ਤਾਂ ਆਪਾਂ ਕਿਵੇਂ ਕਹਿ ਸਕਦੇ ਹਾਂ ਵੀ ਇੱਥੇ ਆਪਾਂ ਨੂੰ ਕੋਈ ਨਿਆਂ ਦੀ ਜੇ ਕਦੇ ਮਿਲਿਆ ਹੋਵੇ। ਅਸੀਂ ਆਂਧਰਾ ਪ੍ਰਦੇਸ਼ ਵਾਲੇ, ਤੇਲੰਗਾਨਾ ਵਾਲੇ ਆਪਦਾ ਇੱਕ ਅਲੱਗ ਸਟੇਟ ਮੰਗਣ, ਬੜੀ ਸ਼ਾਂਤੀ ਨਾਲ ਉਹਨਾਂ ਨੂੰ ਇੱਕ ਸਟੇਟ ਮਿਲ ਜਾਂਦੀ ਹੈ। ਸਾਊਥ ਵਿੱਚ ਕਹਿਣ ਅਸੀਂ ਜੋ ਬਟਵਾਰਾ ਕਰਨਾ ਸਟੇਟਾਂ ਦਾ ਤੇ ਉਹਨੂੰ ਸਟੇਟ ਮਿਲ ਜਾਂਦੀ, ਹੁੰਦਾ ਹੀ ਕੁਛ ਨਹੀਂ ਹੈ ਨਾ ਜੀ। ਝਾਰਖੰਡ ਨੂੰ ਅਲੱਗ ਬਣਾਉਣਾ ਬਣਾ ਦਿਓ, ਪਰ ਜੇ ਸਿੱਖਾਂ ਨੇ ਪੰਜਾਬ ਅਲੱਗ ਬਣਾਉਣਾ ਹੈ, ਆ ਤੁਸੀਂ ਦੇਖ ਲਓ ਬੀਤੀ ਦਿਨ 1 ਨਵੰਬਰ ਲੰਘ ਕੇ ਗਿਆ, ਕਿੰਨਾ ਕੁ ਨੂੰ ਯਾਦ ਹੈ ਵੀ ਪੰਜਾਬ ਡੇ ਸੀ, ਕੌਣ ਮਨਾਉਂਦਾ ਉੱਥੇ? ਪਰ ਦਿੱਲੀ ਦੇ ਸਿੱਖਾਂ ਦੀ ਨਸਲਕੁਸ਼ੀ ਹੋਈ 1 ਨਵੰਬਰ 1966 ਨੂੰ, ਤੋਂ ਪਹਿਲਾਂ ਹੋਈ ਨਸਲਕੁਸ਼ੀ ਹੋਈ। ਇੱਥੋਂ ਤੱਕ ਕਿ ਪੰਜਾਬ ਯੂਨੀਵਰਸਿਟੀ ਆ, ਮੈਂ ਦੇਖ ਰਿਹਾ ਸੀ ਇੰਟਰਨੈਟ ਤੇ, ਹਰਿਆਣਾ ਦੇ ਸਿੰਗਰ, ਹਰਿਆਣੇ ਦੇ ਮੰਤਰੀ, ਹਰਿਆਣੇ ਦੀ ਸਰਕਾਰ PU ਦੇ ਵਿੱਚ ਹਰਿਆਣਾ ਡੇ ਮਨਾਉਂਦੀ ਹੈ। ਸਾਡੇ ਕਿਸੇ ਇੱਥੇ ਮੁੱਖ ਮੰਤਰੀ ਨੂੰ ਯਾਦ ਹੀ ਨਹੀਂ ਵੀ ਜਿਹੜਾ ਤੁਸੀਂ ਪੰਜਾਬ ਬਣਾਇਆ, ਸਿੱਖਾਂ ਦੀ ਗਿਣਤੀ ਵਧੀ ਹੈ, ਤਾਂ ਹੀ 4 ਵੋਟਾਂ ਲੈਣ ਜੋਗੇ ਹੋਏ ਹੋ ਤੁਸੀਂ, ਤਾਂ ਹੀ ਤੁਸੀਂ ਇੱਥੇ ਰਾਜ ਕਰਦੇ ਹੋ। ਪਰ ਅਸੀਂ ਕਿੰਨੀਆਂ ਕੁਰਬਾਨੀਆਂ ਦਿੱਤੀਆਂ। 1955 ਦੇ ਵਿੱਚ ਅਕਾਲ ਤਖਤ ਸਾਹਿਬ ਤੇ ਹਮਲਾ ਹੋਇਆ, ਉਵੇਂ ਫੌਜ ਭੇਜੀ ਗਈ, ਉਦੋਂ ਤਾਂ ਕੋਈ ਕਾਰਨ ਨਹੀਂ ਸੀ, ਹੈ ਨਾ ਜੀ। ਤਾਂ ਦੇਖ ਲਓ ਸਾਡੇ ਨਾਲ ਤਾਂ ਜਦੋਂ ਤੋਂ ਇਹ ਦੇਸ਼, ਅਸੀਂ ਮੈਂ ਕਹੂੰ ਇਹ ਦੇਸ਼ ਨਹੀਂ, 1949 ਤੋਂ ਲੈ ਕੇ ਅਸੀਂ ਜਦੋਂ ਤੋਂ ਗੁਲਾਮ ਹੋਏ ਆ, 1849 ਤੋਂ ਲੈ ਕੇ ਅਸੀਂ ਗੁਲਾਮ ਹੋਏ ਆ, ਤੇ ਉਦੋਂ ਤੱਕ ਇਹੀ ਚੱਲਦਾ ਆ ਰਿਹਾ। ਜਦੋਂ ਅਸੀਂ ਟੇਬਲ ਟਾਕ ਤੇ ਬਹਿ ਗਏ, ਮੁਲਕਾਂ ਦੀ ਜੋ ਸਭਾ ਹੈ ਉਸ ਨਹੀਂ ਬਹਿੰਦੇ ਇੱਕ ਮੁਲਕ ਦੇ ਵਜੋਂ, ਉਹ ਤੱਕ ਮੇਰੇ ਹਿਸਾਬ ਨਾਲ ਇਹ ਰੁਕ ਨਹੀਂ ਸਕਦਾ ਜੀ। ਤਾਂ ਇਹ ਸਨ ਇਮਾਨ ਸਿੰਘ ਖਾਰਾ, ਜਿਹੜੇ ਕਿ ਮਨੁੱਖੀ ਅਧਿਕਾਰ ਕਮਿਸ਼ਨ ਦਲ ਖਾਲਸਾ ਦੇ ਪੰਜਾਬ ਦੇ ਮੁਖੀ ਨੇ। ਨਵੰਬਰ 84 ਕਤਲੇਆਮ ਦੇ ਉਹਨਾਂ ਸ਼ਹੀਦਾਂ ਨੂੰ ਅਸੀਂ ਸਿਜਦਾ ਵੀ ਕਰਦੇ ਹਾਂ, ਤੇ ਉਡੀਕ ਜਿਹੜੀ ਹੈ ਉਹਨਾਂ ਦੀ ਬਣੀ ਹੋਈ ਸਰਕਾਰਾਂ ਦੇ ਉੱਤੇ, ਸਰਕਾਰਾਂ ਦੇ ਬਣਾਏ ਹੋਏ ਕਮਿਸ਼ਨਾਂ ਦੇ ਉੱਤੇ, ਭਾਰਤੀ ਅਦਾਲਤਾਂ ਦੇ ਉੱਤੇ, ਕਿ ਕਦੋਂ ਆਖਿਰ ਉਹਨਾਂ ਨੂੰ ਇਨਸਾਫ ਮਿਲੇਗਾ। ਭਾਰਤ ਦੇ ਇਸ ਨਿਆਂਤੰਤਰ ਪ੍ਰਤੀ ਲੋਕਾਂ ਦਾ, ਉਹਨਾਂ ਪਰਿਵਾਰਾਂ ਦੇ ਪੁੱਤਾਂ ਦਾ, ਧੀਆਂ ਦਾ, ਪੋਤੇ ਪੋਤਿਆਂ ਦਾ ਭਰੋਸਾ ਕਿੰਨਾ ਕੁ ਵੱਧ ਸਕਦਾ ਜਿਹਨਾਂ ਨੂੰ 38 ਸਾਲ ਉਹਨਾਂ ਦੇ ਪਿਓ ਦਾਦਿਆਂ, ਭੂਆ, ਮਾਮੀਆਂ, ਚਾਚੀਆਂ ਦੇ ਕਤਲਾਂ ਦਾ ਅੱਜ ਤੱਕ ਇਨਸਾਫ ਨਹੀਂ ਮਿਲਿਆ। ਦੇਖਦੇ ਰਹੋ ਪੰਜਾਬ ਕੀ TV। ਧੰਨਵਾਦ ਤੁਸੀਂ ਸਮਾਂ ਕੱਢਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।